ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਵੈਲਕਮ ਮਨਪ੍ਰੀਤ ਜੀ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਅੱਜ ਦਿਨ ਹਸ਼ਰ ਦਾ ਹੈ। ਅੱਜ ਮੌਸਮ ਵੀ ਨਾਸਾਜਿਆ, ਪ੍ਰਧਾਨ ਮੰਤਰੀ ਉਤਰ ਰਹੇ ਨੇ ਪੰਜਾਬ ਦੇ ਵਿੱਚ। ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਆ। ਅਕਾਲੀ ਦਲ ਨੂੰ ਰਾਹਤ ਮਿਲਦੀ ਕਿ ਨਹੀਂ ਮਿਲਦੀ, ਫੈਸਲਾ ਹੋਣਾ ਹੈ। ਡੀਜੀਪੀ ਪੰਜਾਬ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਨਸੋਆਂ ਨੇ ਕਿ ਪੰਜਾਬ ਸਰਕਾਰ ਹੁਣ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਾਊਗੀ। ਬਹੁਤ ਸਾਰੇ ਝਮੇਲੇ ਨੇ। ਬਹਿਬਲ ਕਲਾਂ ਦੀ ਸੁਣਵਾਈ ਦੇ ਵਿੱਚ ਸਾਬਕਾ ਐਸਐਸਪੀ ਨੂੰ ਕੋਈ ਰਾਹਤ ਨਹੀਂ ਮਿਲੀ, ਜਿਹੜੇ ਸੈਣੀ ਵਾਲੀ ਪਲੀ ਲੈਣਾ ਚਾਹੁੰਦੇ ਸੀਗੇ। ਭਗਵੰਤ ਮਾਨ ਦੇ ਨਾਂ ਤੇ ਕਿਤੇ ਰਾਜੇਵਾਲ ਨੂੰ ਡਰਾਉਣ ਦਾ ਸਿਲਸਿਲਾ ਜਿਹਾ ਤਾਂ ਨਹੀਂ ਬਣਾ ਲਿਆ ਆਮ ਆਦਮੀ ਪਾਰਟੀ ਨੇ? ਚਰਚਾ ਇਦਾਂ ਦੀ ਵੀ ਹੋਣ ਲੱਗ ਪਈ। ਤੇ ਜਿਹੜੇ ਕਾਂਗਰਸੀ ਨੇ ਉਹ ਦਿੱਲੀ ਦੇ ਵਿੱਚ ਬੈਠੇ ਸੀਗੇ, ਕਹਿੰਦੇ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਲੈ ਕੇ ਗਏ ਸੀ, ਖੂਬ ਭੜਾਸ ਕੱਢ ਕੇ ਆਏ ਨੇ। ਗੱਲ ਇਹਦੇ ਤੇ ਵੀ ਕਰਾਂਗੇ। ਗੱਲ ਸਕਰੀਨਿੰਗ ਕਮੇਟੀ ਦੀ ਵੀ ਹੋਈ ਆ। ਕਹਿੰਦੇ 40 ਟਿਕਟਾਂ ਗਾਂਹ ਵਧਾਤੀਆਂ, ਉੱਪਰਲੀ ਕਮੇਟੀ ਫਾਈਨਲ ਕਰਦੇ ਅਖੇ ਜਿਹੜੇ ਅਨੁਸੂਚਿਤ ਜਾਤੀਆਂ ਨਾਲ ਜਾਂ ਰਾਖਵੇਂ ਹਲਕੇ ਆ ਉਹਨਾਂ 'ਚ ਕੈਂਡੀਡੇਟਸ ਬਦਲਣ ਲਈ ਕੋਈ ਹਰੀ ਝੰਡੀ ਦਿੱਤੀ ਆ। ਸਭ ਖਬਰਾਂ ਇਕੱਠੀਆਂ ਕਰਦੇ ਆ, ਪਰ ਉਸ ਤੋਂ ਪਹਿਲਾਂ ਇੱਕ ਉਹ ਖਬਰ ਜਿਹਨੇ ਮੈਨੂੰ ਬੰਨ ਲਿਆ, ਜਿਹਨੇ ਮੈਨੂੰ ਜਜ਼ਬਾਤੀ ਕਰਤਾ, ਉਹ ਖਬਰ ਜਿਹਦੇ ਵਿੱਚ ਦ੍ਰਿਸ਼ ਆ ਮਾਨਸੇ ਦਾ ਤੇ ਇੱਕ ਮੁੱਛ-ਫੁੱਟ ਜਿਹਾ ਗੱਭਰੂ ਆ, ਨਾਂ ਚੁਸਪਿੰਦਰ। ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ ਕਿ ਉਹ ਸਟੂਡੈਂਟ ਰਾਜਨੀਤੀ ਚੋਂ ਆਉਂਦਾ ਹੈ ਜਾਂ ਉਹ ਕਿਸੇ ਦਾ ਫਰਜ਼ੰਦ ਹੈ, ਮੈਨੂੰ ਨਹੀਂ ਪਤਾ। ਪਰ ਉਹਦੀਆਂ ਗੱਲਾਂ ਤੋਂ ਇੰਜ ਲੱਗਿਆ ਕਿ ਉਹ ਸਧਾਰਨ ਘਰੋਂ ਆ ਤੇ ਰਾਜਨੀਤੀ ਦੇ ਵਿੱਚ ਖਾਹਿਸ਼ਮੰਦ ਆ, ਦੇਰ ਤੋਂ ਕੰਮ ਕਰਦਾ, ਯੂਥ ਕਾਂਗਰਸ ਦਾ ਉਹ ਲੀਡਰ ਹੈ। ਇਹਦੇ ਦਰਦ ਨਾਲ ਪੰਜਾਬ ਦੇ ਨੌਜਵਾਨਾਂ ਦਾ ਦਰਦ ਜੁੜਿਆ। ਮੇਰਾ ਐਵੇਂ ਗਲਾ ਜਿਹਾ ਭਰ ਆਇਆ। ਇਹ ਪੈਰਾਸ਼ੂਟਰ, ਇਹ ਮੰਤਰੀਆਂ ਵਿਧਾਇਕਾਂ ਦੇ ਪੁੱਤ ਪੋਤਰੇ, ਇਹ ਵੱਡੇ ਘਰਾਂ ਦੇ ਕਾਕੇ, ਤੇ ਫਿਰ ਜਿਹੜੀ ਸਿਆਸਤ ਦੇ ਵਿੱਚ ਜਿਹਨੂੰ ਕਹਿੰਦੇ ਹੁੰਦੇ ਸੀ ਪਿਓਂਦ ਲੱਗਣੀ, ਜਿਹੜੀ ਪਨੀਰੀ ਹੁੰਦੀ ਸੀਗੀ, ਸਕੂਲ ਕਾਲਜ ਲੀਡਰਸ਼ਿਪ, ਯੂਨੀਵਰਸਿਟੀਜ਼ ਦੀਆਂ ਚੋਣਾਂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨਸ, ਮੈਨੂੰ ਬੜਾ ਕੁਝ ਯਾਦ ਆਉਂਦਾ ਹੈ। ਮੈਨੂੰ ਉਹ ਦਹਾਕਿਆਂ ਪਿੱਛੇ ਦਾ ਸਫ਼ਰ ਤੈਅ ਕਰਨ ਨੂੰ ਚੰਗਾ ਲੱਗਦਾ ਹੈ, ਜਦੋਂ ਸਾਰੀ ਦੀ ਸਾਰੀ ਲੀਡਰਸ਼ਿਪ ਥੱਲਿਓਂ ਟ੍ਰੇਨਿੰਗ ਕੈਂਪਾਂ 'ਚ ਆਉਂਦੀ ਸੀ। ਲੋਕਾਂ ਨੂੰ ਜਦੋਂ ਲੀਡਰਾਂ ਨੂੰ ਬੋਲਣ ਸੁਣੀਦਾ ਸੀ, ਐਂ ਲੱਗਦਾ ਸੀ ਕੋਈ ਸ਼ਬਦ ਦੁਹਰਾਦਾ ਨਹੀਂ ਸੀ, ਰੈਪੀਟੇਸ਼ਨ ਨਹੀਂ ਸੀ, ਨਵੇਂ ਖਿਆਲ ਸੀ, ਨਵੇਂ ਆਈਡੀਆ ਸੀ। ਇਹ ਮੰਝੇ ਹੋਏ ਲੋਕ ਆਉਂਦੇ ਸੀ, ਐਂ ਲੱਗਦਾ ਸੀ ਜਿਵੇਂ ਇਹ ਸੱਚਮੁੱਚ ਲੀਡ ਕਰਨ ਦੇ ਕਾਬਲ ਹੋਣ। ਕੱਲ ਉਸ ਮੁੰਡੇ ਦੇ ਦਰਦ ਨੂੰ ਸੁਣਿਆ। ਸਿੱਧੂ ਮੂਸੇਵਾਲੇ ਨਾਲ ਸਾਡੀ ਕੋਈ ਸਾਂਝ ਨਹੀਂ, ਕੋਈ ਵਿਰੋਧ ਨਹੀਂ, ਸਾਨੂੰ ਮਾੜਾ ਨਹੀਂ ਲੱਗਦਾ, ਮਿਹਨਤ ਕਰਦਾ ਹੈ ਔਰ ਉਹਨੇ ਵੀ ਸਟਰਗਲ ਕੀਤੀ ਆਪਣੇ ਖੇਤਰ 'ਚ। ਪਰ ਜਿਵੇਂ ਉਸ ਮੁੰਡੇ ਦੇ ਦਰਦ ਨੂੰ ਨੇ ਮੈਨੂੰ ਹਿਲਾਉਣਿਆ, ਮੈਨੂੰ ਬਿਕਰਮ ਮਜੀਠੀਆ ਵੀ ਯਾਦ ਆਉਂਦਾ ਹੈ। ਮੈਨੂੰ ਉਹ ਸਾਰੇ ਵੱਡੇ ਲੋਕਾਂ ਦੇ ਪੁੱਤ ਪੁੱਤਰੇ ਯਾਦ ਆਉਂਦੇ ਆ, ਜਿਨ੍ਹਾਂ ਨੇ ਆਣ ਕੇ ਸਧਾਰਨ ਲੋਕਾਂ ਦੇ ਰਾਹ ਮੱਲ ਲਏ। ਹੁਣ ਉਹਨਾਂ ਮੱਲੇ ਹੋਏ ਰਾਹਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਅੜਫੜ ਗਈ ਆ। ਕੋਈ ਫਰਕ ਨਹੀਂ ਪੈਂਦਾ, ਕਿਸੇ ਨੂੰ ਨਹੀਂ ਲੱਗਦਾ ਕਿ ਕੌਣ ਕਿੱਥੋਂ ਆ ਰਿਹਾ। ਜਿਹਦਾ ਦਾ ਲੱਗਦਾ ਆਮ ਆਦਮੀ ਪਾਰਟੀ ਸਧਾਰਨ ਲੋਕਾਂ ਦੀ ਸੀ, ਸੁਣਿਆ ਇੱਥੇ ਵੀ ਓਵਰਨਾਈਟ ਟਿਕਟਾਂ ਦਿੱਤੀਆਂ ਜਾ ਰਹੀਆਂ। ਸੋ ਇਸ ਸਧਾਰਨਤਾ, ਇਸ ਲੀਡਰਸ਼ਿਪ ਕੁਆਲਿਟੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਹੁਣ ਫੇਵਰਿਜ਼ਮ ਆ, ਨੈਪੋਟਿਜ਼ਮ ਆ, ਕਈ ਲਫ਼ਜ਼ ਘੜੇ ਜਾ ਸਕਦੇ। ਸਭ ਤੋਂ ਪਹਿਲਾਂ ਇੱਥੇ ਟਿੱਪਣੀ ਦਿਓ, ਫਿਰ ਪ੍ਰਧਾਨ ਮੰਤਰੀ ਸਾਹਿਬ ਦਾ ਜ਼ਿਕਰ ਕਰਾਂਗੇ, ਡੀਜੀਪੀ ਦਾ ਜ਼ਿਕਰ ਕਰਾਂਗੇ, ਫਿਰ ਬਿਕਰਮ ਮਜੀਠੀਆ ਦੀ ਸੁਣਵਾਈ ਦੀਆਂ ਗੱਲਾਂ ਕਰਾਂਗੇ। ਪਰ ਮੈਨੂੰ ਪਹਿਲਾਂ ਇਹ ਦੱਸਿਓ, ਸ਼ਾਇਦ ਇਹ ਦਰਦ ਸਾਡੀ ਪੀੜ੍ਹੀ ਦੇ ਵੀ ਨੇ, ਇਹ ਸਾਡੇ ਗਾਂ ਅਗਲੀਆਂ ਪੀੜ੍ਹੀਆਂ ਦੇ ਵੀ ਦਰਦ ਨੇ। ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਕੁਝ ਨਵੇਂ ਟ੍ਰੈਂਡਾਂ ਦਾ, ਕਈ ਨਵੀਆਂ ਧਾਰਨਾਵਾਂ ਦਾ ਵੀ ਜ਼ਿਕਰ ਹੈ। ਕੀ ਕਹਿੰਦੇ ਹੋ? ਦੇਖੋ ਰੰਧਾਵਾ ਜੀ, ਤੁਸੀਂ ਵਾਕਿਆ ਇਹ ਬੜਾ ਬੁਨਿਆਦੀ ਸਵਾਲ ਚੱਕਿਆ। ਅੱਜ ਅਸੀਂ ਜਦੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲ ਨਜ਼ਰ ਮਾਰਦੇ ਹਾਂ ਤੇ ਸਾਨੂੰ ਕਿਉਂ ਵਧੀਆ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ? ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਭਾਜਪਾ ਹੋਵੇ, ਤੇ ਚਾਹੇ ਉਹ ਨਵੀਂ ਪਾਰਟੀ ਆਮ ਆਦਮੀ ਪਾਰਟੀ। ਖੈਰ ਹੁਣ ਤਾਂ ਇਹਨੂੰ ਵੀ ਕਾਫੀ ਸਮਾਂ ਹੋ ਗਿਆ। ਇਹਨਾਂ ਦੇ ਵਿੱਚ ਸਾਨੂੰ ਲੀਡਰ ਕਿਉਂ ਨਹੀਂ ਨਜ਼ਰ ਆਉਂਦੇ? ਕਿਉਂਕਿ ਜਿਹੜੇ ਧਰਾਤਲ ਤੋਂ ਜਿਹੜੇ ਜ਼ਮੀਨੀ ਲੀਡਰ ਆਉਂਦੇ ਹੁੰਦੇ ਸੀ, ਖਾਸ ਤੌਰ ਤੇ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਉਹ ਬੰਦ ਹੋ ਗਿਆ। ਉਹ ਕਾਰਨ ਇਸ ਕਰਕੇ ਬੰਦ ਹੋ ਗਿਆ ਕਿ ਸਾਡੇ ਕਾਲਜਿਸ, ਯੂਨੀਵਰਸਿਟੀਜ਼ ਦੇ ਵਿੱਚ ਚੋਣਾਂ ਨਹੀਂ ਹੋ ਰਹੀਆਂ। ਤੁਸੀਂ ਦੇਖੋ, ਜਿਹੜੇ ਸਾਡੇ ਸਾਬਕਾ ਚੀਫ ਇਲੈਕਸ਼ਨ ਕਮਿਸ਼ਨਰ ਹੁੰਦੇ ਸੀ ਜੇਮਸ ਲਿੰਗਦੋ, ਉਹਨਾਂ ਨੇ ਸਿਫਾਰਸ਼ਾਂ ਦਿੱਤੀਆਂ ਸੀ ਔਰ ਲਗਾਤਾਰ ਉਹਨਾਂ ਨੇ ਕਿਹਾ ਸੀ ਕਿ ਕਾਲਜਿਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਵਿਦਿਅਕ ਅਦਾਰਿਆਂ ਦੇ ਵਿੱਚ ਚੋਣਾਂ ਹੋਣੀਆਂ ਬਹੁਤ ਜ਼ਰੂਰੀ ਆ, ਤਾਂ ਕਿ ਜਿਹੜੇ ਸਾਡੇ ਸਟੂਡੈਂਟਸ ਨੇ, ਸਾਡੇ ਨੌਜਵਾਨ ਨੇ,
ਉਹ ਰਾਜਨੀਤੀ, ਕਿਉਂਕਿ ਰਾਜਨੀਤੀ ਨੂੰ ਅਸੀਂ ਕਿਤੇ ਨਾ ਕਿਤੇ ਇਹੋ ਜਿਹਾ ਗੰਧਲਾ ਸ਼ਬਦ ਬਣਾਤਾ ਜਾਂ ਇਸ ਤਰ੍ਹਾਂ ਦਾ ਉਹਨੂੰ ਇੱਕ ਪਰਿਭਾਸ਼ਿਤ ਕਰਤਾ ਕਿ ਸ਼ਾਇਦ ਇਹ ਮਾੜੀ ਗੱਲ ਆ। ਲੇਕਿਨ ਰਾਜਨੀਤੀ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਆ, ਪੋਲਿਟਿਕਸ ਦਾ ਮਤਲਬ ਆ, ਰਾਜਨੀਤੀ ਦਾ ਮਤਲਬ, ਸਿਆਸਤ ਦਾ ਮਤਲਬ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਸਾਰਿਆਂ ਵਿਚਾਰਧਾਰਾਵਾਂ ਨੂੰ, ਸਾਰੇ ਭਾਈਚਾਰਿਆਂ ਨੂੰ ਇਕੱਠੇ ਬੈਠ ਕੇ ਉਹਨਾਂ ਦੀ ਤਰੱਕੀ ਵੱਲ ਅਸੀਂ ਰਾਹ ਜਦੋਂ ਦੇਖਦੇ ਹਾਂ, ਉਹਨਾਂ ਦੀ ਵਿਉਂਤਬਾਜ਼ੀ ਕਰਦੇ ਹਾਂ, ਅਸੀਂ ਉਸ ਨੂੰ ਰਾਜਨੀਤੀ ਕਹਿੰਦੇ ਆ। ਇਹੀ ਇੱਕ ਆਰਟ ਆਫ ਹੁੰਦੀ ਹੈ, ਆਰਟ ਆਫ ਟੇਕਿੰਗ ਐਵਰੀਬਡੀ ਟੂਗੇਦਰ। ਇਸ ਚੀਜ਼ ਨੂੰ ਲੈ ਕੇ ਪੋਲਿਟਿਕਸ ਕੀਤੀ ਜਾਂਦੀ ਹੈ, ਲੇਕਿਨ ਪੋਲਿਟਿਕਸ ਨੂੰ ਕਿਤੇ ਸ਼ਬਦ ਨੂੰ, ਇਸ ਸ਼ਬਦਾਵਲੀ ਨੂੰ ਕਿਤੇ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਜਿਹੜੀ ਤੁਹਾਡਾ ਮੂਲ ਸਵਾਲ ਹੈ, ਬਿਲਕੁਲ ਤੁਹਾਡੀ ਗੱਲ ਠੀਕ ਆ। ਪੈਰਾਸ਼ੂਟ ਰਾਹੀਂ ਉਤਾਰੇ ਗਏ ਉਹ ਵਿਅਕਤੀ, ਉਹ ਭਾਈ ਭਤੀਜੇਵਾਦ ਦੀ ਜਿਹੜੀ ਤੁਸੀਂ ਆਪ ਹੀ ਨੈਪੋਟਿਜ਼ਮ ਦੀ ਗੱਲ ਕੀਤੀ ਹੈ, ਫੇਵਰੇਟਿਜ਼ਮ ਦੀ ਗੱਲ ਕੀਤੀ ਹੈ, ਇਹ ਚਲਦੀ ਆ ਰਹੀ ਆ। ਏਦਾਂ ਲੱਗਦਾ ਸੀ ਕਿ ਪਰਿਵਾਰਾਂ ਨੇ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪਰਿਵਾਰ ਜਿਹੜੇ ਸੀ ਉਹ ਆਪਣਾ ਇੱਕ ਜਨਮ ਸਿੱਧ ਅਧਿਕਾਰ ਮੰਨਦੇ ਸੀ ਕਿ ਅਸੀਂ ਹੁਣ ਆ ਗਏ ਹਾਂ ਪੋਲਿਟਿਕਸ ਦੇ ਵਿੱਚ, ਹੁਣ ਸਾਡਾ ਸਾਰਾ ਪਰਿਵਾਰ ਆਊਗਾ। ਉਹ ਉਹਨਾਂ ਦਾ ਮੁੰਡਾ ਹੋਵੇ, ਉਹਨਾਂ ਦੀ ਕੁੜੀ ਹੋਵੇ, ਉਹਨਾਂ ਦੇ ਭਰਾ ਹੋਣ, ਉਹਨਾਂ ਦੇ ਜਵਾਈ ਹੋਣ, ਉਹਨਾਂ ਦੀਆਂ ਪਤਨੀਆਂ ਹੋਣ, ਉਹ ਸਾਰਿਆਂ ਲਈ ਇੱਕ ਤਰ੍ਹਾਂ ਦਾ ਜਨਮ ਸਿੱਧ ਅਧਿਕਾਰ ਬਣ ਜਾਂਦਾ ਸੀ ਤੇ ਆਮ ਵਿਅਕਤੀ ਕਿਤੇ ਨਾ ਕਿਤੇ ਰਹਿ ਜਾਂਦਾ ਸੀ। ਜਦੋਂ ਅਸੀਂ ਗੱਲ ਕਰਦੇ ਹੁੰਦੇ ਸੀ ਕਿ ਰਾਜਨੀਤੀ ਆ, ਸਿਆਸਤ ਆ, ਇਹ 'ਚ ਵਧੀਆ ਲੋਕ ਆਉਣੇ ਚਾਹੀਦੇ ਆ, ਕਿੱਥੋਂ ਆਉਂਦੇ? ਅੱਜ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਲਓ, ਕੁਲਜੀਤ ਸਿੰਘ ਨਾਗਰਾ ਨੂੰ ਲੈ ਲਓ, ਤੋਤਾ ਸਿੰਘ ਨੂੰ ਲੈ ਲਓ, ਹੋਰ ਵੀ ਤਮਾਮ ਤਰ੍ਹਾਂ ਦੇ ਮੈਂ ਨਾਂ ਗਿਣਾ ਸਕਦਾ ਜਿਹੜੇ ਸਟੂਡੈਂਟ ਪੋਲਿਟਿਕਸ ਚੋਂ ਆਏ ਆ। ਬੜੀ ਉਹਨਾਂ ਨੇ ਘਾਲਣਾ ਘਾਲੀ ਆ ਆਪਣੇ ਉਸ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ, ਲੇਕਿਨ ਪੰਜਾਬ ਦੇ ਹਾਲਾਤ ਖਰਾਬ ਹੋਏ। ਪੰਜਾਬ ਦੇ ਹਾਲਾਤ ਖਰਾਬ ਹੋਣ ਦੇ ਨਾਲ ਸਟੂਡੈਂਟ ਪੋਲਿਟਿਕਸ ਜਿਹੜੀ ਆ ਉਹ ਬਹੁਤ ਪਿੱਛੇ ਪੈ ਗਈ। ਲੇਕਿਨ ਜਦੋਂ ਹਾਲਾਤ ਸੁਧਰ ਗਏ ਆ ਤੇ ਫਿਰ ਇਹੀ ਪੋਲੀਟੀਕਲ ਪਾਰਟੀਆਂ ਇਹ ਕਿਉਂ ਨਹੀਂ ਇਨੀਸ਼ੀਏਟਿਵ ਲੈਂਦੀਆਂ, ਇਹ ਕਿਉਂ ਨਹੀਂ ਪਹਿਲ ਕਰਦੀਆਂ ਕਿ ਜਿਹੜੀ ਤੁਸੀਂ ਪਨੀਰੀ ਦੀ ਗੱਲ ਕੀਤੀ ਹੈ ਰੰਧਾਵਾ ਸਿੰਘ, ਵਾਕਿਆ ਸਾਡੀ ਨਰਸਰੀ ਹੈ ਇਹ ਸਾਰੀ। ਇੱਥੋਂ ਹੀ ਸਾਨੂੰ ਲੀਡਰ ਮਿਲਣੇ ਆ, ਇੱਥੋਂ ਹੀ ਸਾਨੂੰ ਮੰਤਰੀ ਮਿਲਣੇ ਆ, ਇੱਥੋਂ ਹੀ ਸਾਨੂੰ ਪ੍ਰਧਾਨ ਮੰਤਰੀ ਮਿਲਣੇ ਆ। ਜਦੋਂ ਕਿਸੇ ਸਟੂਡੈਂਟ ਨੂੰ ਮਿਲਿਆ, ਪੁੱਛਿਆ ਜਾਂਦਾ ਸੀ ਕਿਸੇ ਵਕਤ ਕਿ ਵੱਡਾ ਹੋ ਕੇ ਕੀ ਬਣਨਾ, ਤੇ ਜਦੋਂ ਕੋਈ ਕਹਿੰਦਾ ਸੀ ਮੈਂ ਰਾਸ਼ਟਰਪਤੀ ਬਣੂੰਗਾ ਜਾਂ ਪ੍ਰਧਾਨ ਮੰਤਰੀ ਬਣੂੰਗਾ, ਤੇ ਬਹੁਤ ਲੋਕਾਂ ਦਾ ਜਿਹੜਾ ਟੀਚਰਸ ਹੋਣ ਜਾਂ ਉਹਨਾਂ ਦੇ ਮਾਪੇ ਹੋਣ, ਉਹਨਾਂ ਦਾ ਸੀਨਾ ਇੱਕ ਤਰ੍ਹਾਂ ਦਾ ਫੁੱਲ ਜਾਂਦਾ ਸੀ। ਪਰ ਹੁਣ ਕੋਈ ਕਹਿੰਦਾ, ਕਿਉਂਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਹੀ ਨਹੀਂ ਮਿਲਦੀ, ਇਸ ਤਰ੍ਹਾਂ ਦਾ ਉਹਨਾਂ ਨੂੰ ਤਿਆਰ ਹੀ ਨਹੀਂ ਕੀਤਾ ਜਾਂਦਾ। ਜੀ ਰੰਧਾਵਾ ਜੀ। ਦੇਖੋ, ਜਸਪਿੰਦਰ ਦੇ ਗਲੇ 'ਚ ਅਟਕਿਆ ਹੋਕਾ ਮੈਨੂੰ ਨਵੀਂ ਪੀੜ੍ਹੀ ਦੇ ਗਲ 'ਚ ਫਸਿਆ ਫੰਦਾ ਲੱਗਿਆ। ਮੈਨੂੰ ਨਹੀਂ ਪਤਾ ਕਿ ਉਹਦਾ ਕਿਰਦਾਰ ਕੀ ਆ, ਉਹ ਕਿਸ ਨੇਚਰ ਦਾ ਹੈ, ਉਹਨੇ ਕਿਸ ਤਰ੍ਹਾਂ ਦੀ ਸਿਆਸਤ ਕੀਤੀ ਜਾਂ ਕਰਨੀ, ਮੇਰੇ ਤੋਂ ਦੂਰ ਹੈ, ਮੈਨੂੰ ਨਹੀਂ ਪਤਾ ਉਸ ਏਰੀਏ ਦਾ। ਲੇਕਿਨ ਜੋ ਉਹਦੀ ਸਪੀਚ ਸੀ, ਉਹਦਾ ਦਰਦ ਸੀ, ਉਹ ਦਰਦ ਮੈਨੂੰ ਅਗਲੀ ਸਾਰੀ ਪੀੜ੍ਹੀ ਦਾ ਲੱਗਿਆ। ਇਹ ਪਰੰਪਰਾ ਸਿਰਫ ਪੋਲੀਟੀਸ਼ੀਅਨਸ ਦੇ ਵਿੱਚ ਨਹੀਂ ਆ। ਮੈਂ ਇਹਦੇ ਤੇ ਥੋੜਾ ਜਿਹਾ ਅੱਗੇ ਝਾਤੀ ਮਾਰਦਾ ਤੇ ਮੈਨੂੰ ਅਜਮੇਰ ਸਿੰਘ ਲੱਖੋਵਾਲ ਦਾ ਪੁੱਤ ਹਰਿੰਦਰਪਾਲ ਲੱਖੋਵਾਲ ਵੀ ਉਸੇ ਫਹਿਰਿਸਤ ਵਿੱਚ ਨਜ਼ਰ ਆਉਂਦਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦਾ ਪਿਓ ਪ੍ਰਧਾਨ ਸੀ, ਹੁਣ ਮੁੰਡਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਮਨਜੀਤ ਕਾਦੀਆਂ, ਸਰਦਾਰ ਮਨਜੀਤ ਕਾਦੀਆਂ, ਸ਼ਾਇਦ ਉਹਨਾਂ ਦਾ ਜ਼ਿਕਰ ਆਉਂਦਾ, ਤੇ ਉਹਨਾਂ ਦਾ ਪੁੱਤਰ ਹਰਮੀਤ ਕਾਦੀਆਂ। ਇਸੇ ਤਰੀਕੇ ਨਾਲ ਤੁਸੀਂ ਅੱਜ ਕੱਲ ਰਾਜੇਵਾਲ ਸਾਹਿਬ ਦੇ ਪੁੱਤਰ ਨੂੰ ਵੀ ਸਿਆਸੀ ਸਰਗਰਮੀਆਂ 'ਚ ਅੱਗੇ ਵਿਚਰਦੇ ਵੇਖਦੇ ਹੋ। ਮਾਨਸਾ ਵਾਲੇ ਸ਼ਾਇਦ ਰੁਲਦੂ ਸਿੰਘ ਵੀ ਆਪਣੇ ਪੋਤਰੇ ਨੂੰ ਅੱਗੇ ਵਧਾਉਣ ਨੂੰ ਕਸ਼ਮਕਸ਼ ਦੇ ਵਿੱਚ ਨੇ। ਕਿਹੜਾ ਨਹੀਂਗਾ ਡਾਕਟਰ ਆਪਣੇ ਪੁੱਤ ਨੂੰ ਡਾਕਟਰ ਬਣਾਉਣਾ ਹੀ ਚਾਹੁੰਦਾ, ਕਿਉਂਕਿ ਹਸਪੀਟਲ ਉਹਨੇ ਹੀ ਸਾਂਭਣਾ ਮੁੜ ਕੇ। ਮੈਨੂੰ ਇਸ ਗੱਲ ਦੇ ਵਿੱਚ ਕੋਈ ਵੀ ਇਹ ਦਿੱਕਤ ਨਹੀਂ, ਲੇਕਿਨ ਜਦੋਂ ਇਹ ਪਰੰਪਰਾ ਇੱਕ ਸਿਲਸਿਲਾ ਬਣਦੀ ਆ, ਫਿਰ ਤੁਹਾਡੀ ਨਵੀਂ ਪੀੜ੍ਹੀ ਪੂਰੀ ਤਰ੍ਹਾਂ ਨਿਰਾਸ਼ਾ ਦੇ ਆਲਮ 'ਚ ਡੁੱਬਦੀ ਆ। ਤੁਸੀਂ ਗੈਂਗਸਟਰ ਕਲਚਰ ਨੂੰ ਕੋਸਦੇ ਹੋ ਨਾ, ਫਿਰ ਖਾਸ਼ੀ ਲੋਕ ਕਿੱਥੇ ਜਾਣਗੇ? ਉਹਨਾਂ ਦੇ ਰਾਹ ਬੰਦ ਹੁੰਦੇ ਆ, ਫਿਰ ਉਹ ਨਸ਼ੇ 'ਚ ਡਿੱਗਦੇ ਆ। ਰਾਜੇਵਾਲ ਦੀ ਗੱਲ ਠੀਕ ਆ, ਜਾਂ ਸਾਡੀ ਪੀੜ੍ਹੀ ਨੇ ਅਖੇ ਨਸ਼ਿਆਂ 'ਚ ਗਰਕ ਜਾਣਾ ਜਾਂ ਹਥਿਆਰ ਚੱਕ ਲੈਣੇ ਆ। ਇਹ ਸਾਨੂੰ ਕੋਈ ਨਾ ਕੋਈ ਤਾਂ ਤਰੀਕਾਕਾਰ ਬਣਾਉਣਾ ਪਊਗਾ, ਅਦਰਵਾਈਜ਼ ਅਸੀਂ ਅਨਾਰਕੀ ਵੱਲ ਵਧਾਂਗੇ। ਅੱਜ ਅਹਿਮ ਦਿਨ ਆ, ਖਾਸ ਦਿਨ ਹੈ, ਪ੍ਰਧਾਨ ਮੰਤਰੀ ਪਹੁੰਚ ਰਹੇ ਨੇ, ਔਰ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਪੁੱਛਣਾ ਕਿ ਕਿਸਾਨਾਂ ਰਾਹ ਮੱਲ ਲਏ। ਆਂਦੇ ਫਿਰੋਜ਼ਪੁਰ ਨੂੰ ਜਾਣ ਵਾਲੇ ਬਹੁਤੇ ਰਾਹਾਂ ਤੇ ਕਿਸਾਨਾਂ ਨੇ ਮੋਰਚੇ ਮਾਰਚੇ ਗੱਡੇ ਪਏ ਆ। ਮੈਂ 2-4 ਫੋਟੋਆਂ 'ਚ ਕਿਤੇ ਕਿਤੇ ਲੰਗਰ ਛਕਦੇ ਕਿਸਾਨ ਵੀ ਵੇਖਦਾ ਹੈ। ਇਹ ਵਿਰੋਧ ਹੈ, ਵਿਰੋਧ ਦੀ ਖਾਤਰ ਵਿਰੋਧ ਹੈ, ਦਿਲ ਤੋਂ ਵਿਰੋਧ ਹੈ। ਕੋਈ ਮੰਗਾਂ ਨਹੀਂ ਮੰਨੀਆਂ ਗਈਆਂ ਜਾਂ ਅਜੇ ਇਹਨਾਂ ਦੀ ਆਪਸ ਵਿੱਚ ਸਹਿਮਤੀ ਨਹੀਂ ਬਣੀ। ਪ੍ਰਧਾਨ ਮੰਤਰੀ ਦੀ ਇਸ ਗੇੜੀ ਨੂੰ ਕਿਵੇਂ ਲਓਗੇ, ਜਦੋਂ ਕਿ ਬਾਰਿਸ਼ ਦੀ ਸੰਭਾਵਨਾ ਵੀ ਆ? ਆਂਦੇ ਕੁਰਸੀ ਵੀ ਵਾਹਵਾ ਹੀ ਲੱਗੀ ਹੈ, ਹਜ਼ਾਰਾਂ ਦੀ ਤਾਦਾਦ 'ਚ ਲੀਡਰਸ਼ਿਪ, 2-3 ਮੰਤਰੀ ਉੱਥੇ ਬੈਠੇ ਨੇ। ਤੇ ਮੈਨੂੰ ਪੰਜਾਬ ਦੇ ਨਜ਼ਰੀਓਂ ਇਸ ਰੈਲੀ ਦੇ ਇਸ ਵੱਡੇ ਇਕੱਠ ਦੇ ਹੋਣ ਵਾਲੇ ਜਿਹਦੀ ਸੰਭਾਵਨਾ ਹੈ, ਉਹਦੇ ਅਰਥ ਸਮਝਾਇਓ। ਕਿੰਨਾ ਦੀ ਇੱਜ਼ਤ ਦਾ ਤੇ ਆ, ਕਿੰਨਾ ਦੇ ਰੁਤਬੇ ਦਾ ਤੇ ਲੱਗਿਆ। ਪ੍ਰਧਾਨ ਮੰਤਰੀ ਦੀ ਖੁਸ਼ੀ ਤੇ ਨਾ ਖੁਸ਼ੀ ਕਹਿੰਦੇ ਬਹੁਤ ਵੱਡੇ ਅਰਥ ਰੱਖਦੀ ਆ। ਉਹ ਜਾਂਦੀ ਵਾਰੀ ਭਾਰੀ ਕਦਮਾਂ ਨਾਲ ਜਾਣਗੇ, ਉਹ ਜਾਂਦੀ ਵਾਰੀ ਖੁਸ਼ ਜਾਣਗੇ, ਪੰਜਾਬ ਚੋਂ ਸੰਭਾਵਨਾ ਵੇਖ ਕੇ ਜਾਣਗੇ, ਜਾਂ ਫਿਰ ਬਹੁਤ ਸਾਰੇ ਲੀਡਰਾਂ ਨੂੰ
ਉਹਨਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਊਗਾ। ਪੰਜਾਬ ਲਈ ਕੋਈ ਅਨਾਉਂਸਮੈਂਟਸ ਦੀ ਝਾਕ ਰੱਖੀਏ ਜਾਂ ਨਾ? ਰੰਧਾਵਾ ਜੀ, ਮੈਂ ਪਹਿਲਾਂ ਤਾਂ ਇਹ ਗੱਲ ਕਹੂੰਗਾ ਕਿ ਮੈਨੂੰ ਉਮੀਦ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਇਹ ਰੈਲੀ ਕੈਂਸਲ ਕਰ ਦਿੰਦੇ। ਇਹ ਰੈਲੀ ਵੈਸੇ ਅੱਜ ਹੋਣੀ ਨਹੀਂ ਸੀ ਚਾਹੀਦੀ। ਜਿਸ ਹਿਸਾਬ ਦੇ ਨਾਲ ਕਰੋਨਾ ਦੇ ਕੇਸ ਵੱਧ ਰਹੇ ਆ ਪੂਰੀ ਦੁਨੀਆ ਤੇ ਭਾਰਤ ਦੇ ਵਿੱਚ ਵੀ। ਖੈਰ, ਉਸ ਗੱਲ ਤੇ ਆਪਾਂ ਬਾਅਦ ਚ ਆਵਾਂਗੇ, ਕਿਉਂਕਿ ਜਿਸੋ ਪੰਜਾਬ ਨੇ ਵੀ 15 ਤਰੀਕ ਤੱਕ ਤਾਂ ਕਰਫਿਊ ਲਾਤਾ, ਨਾਈਟ ਕਰਫਿਊ, ਤੇ ਹੋਰ ਤਮਾਮ ਤਰ੍ਹਾਂ ਦੇ, ਕੱਲਾ ਪੰਜਾਬ ਨਹੀਂ, ਉੱਤਰ ਪ੍ਰਦੇਸ਼ ਲੈ ਲਓ, ਮਹਾਰਾਸ਼ਟਰ ਲੈ ਲਓ, ਦਿੱਲੀ ਲੈ ਲਓ, ਸਾਰੇ ਰਾਜ ਬਹੁਤ ਸਾਰੇ ਕਦਮ ਲੈ ਰਹੇ ਆ ਤਾਂ ਕਿ ਇਸ ਕਰੋਨਾ ਨੂੰ, ਇਸ ਕੋਵਿਡ ਦੇ ਸਪਰੈਡ ਨੂੰ, ਇਸ ਫੈਲਾਅ ਨੂੰ ਰੋਕਿਆ ਜਾ ਸਕੇ। ਖੈਰ, ਆਪਾਂ ਰੈਲੀ ਤੇ ਆਉਂਦੇ ਆ। ਦੇਖੋ, ਰੈਲੀ ਦੇ ਵਿੱਚ ਬਹੁਤ ਕਹਿੰਦੇ ਆ ਵਿਆਪਕ ਇੰਤਜ਼ਾਮ ਕੀਤੇ ਜਾ ਰਹੇ ਆ। ਇਹ ਵੀ ਕਿਹਾ ਜਾ ਰਿਹਾ, ਕੋਈ ਕਹਿ ਰਿਹਾ 25 ਏਕੜ ਦਾ ਜਿਹੜਾ ਪੰਡਾਲ ਲਾਇਆ ਜਾਊਗਾ, ਕੋਈ ਕਹਿ ਰਿਹਾ 30 ਏਕੜ ਦਾ ਲਾਇਆ ਜਾਊਗਾ, ਕੋਈ ਕਹਿੰਦਾ ਕਿ 80,000 ਕੁਰਸੀਆਂ ਲਾਈ ਜਾਣਗੀਆਂ, ਕੋਈ ਕਹਿੰਦਾ ਕਿ 1 ਲੱਖ ਕੁਰਸੀਆਂ ਲਾਈਆਂ ਜਾ ਰਹੀਆਂ। ਖੈਰ, ਇਹ ਗੱਲ ਨਹੀਂ, ਇਹ ਦਾਅਵੇ ਆਪਣੇ ਹੋ ਸਕਦੇ ਆ। ਕੁਰਸੀਆਂ ਭਰਦੀਆਂ ਕੌਣ ਭਰਦਾ, ਕਿਵੇਂ ਬੰਦੇ ਲਿਆਏ ਜਾਂਦੇ ਆ। ਯੂਪੀ ਦੇ ਵਿੱਚ, ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਦੇਖਿਆ ਕਿ ਉੱਥੇ ਲੋਕਾਂ ਨੂੰ ਮਨਰੇਗਾ ਦੀ ਦਿਹਾੜੀ ਦੇਣ ਦਾ ਲਾਲਚ ਦੇ ਕੇ ਲੋਕਾਂ ਨੂੰ ਬੱਸਾਂ ਤੇ ਲਿਆਇਆ ਜਾ ਰਿਹਾ ਸੀ। ਔਰ ਸਰਕਾਰਾਂ ਦੇ ਵਿੱਚ ਇਸ ਦੀ ਜਿਹੜੀ ਸਮਰੱਥਾ ਹੁੰਦੀ ਆ ਉਹ ਬਹੁਤ ਹੁੰਦੀ ਆ, ਕਿਉਂਕਿ ਤਾਕਤਵਰ ਹੁੰਦੇ ਨੇ, ਇਸ ਤਰ੍ਹਾਂ ਦੇ ਪ੍ਰਬੰਧ ਉਹ ਕਰ ਸਕਦੇ ਨੇ। ਲੇਕਿਨ ਗੱਲ ਇਹ ਆਉਂਦੀ ਆ ਕਿ ਉੱਥੇ ਆ ਕੇ ਜੋ ਪ੍ਰਧਾਨ ਮੰਤਰੀ ਸੰਦੇਸ਼ ਕੀ ਦਿੰਦੇ ਆ, ਕੀ ਕਹਿਣਾ ਚਾਹੁੰਦੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਇੱਕ ਚੋਣ ਰੈਲੀ ਆ। ਇਹ ਪ੍ਰਧਾਨ ਮੰਤਰੀ ਦੀ ਅਫੀਸ਼ੀਅਲ ਜਿਹੜੀ ਆ ਉਹ ਵਿਜ਼ਿਟ ਨਹੀਂ ਆ। ਇੱਥੇ ਇੱਕ ਉਹ ਚੋਣ ਸਭਾ ਨੂੰ ਸੰਬੋਧਿਤ ਕਰਨ ਆ ਰਹੇ ਆ, ਜਿੱਥੇ ਉਹ ਲੋਕਾਂ ਨੂੰ ਕਹਿਣਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਓ। ਦੇਖੋ, ਇਹਦੇ ਵਿੱਚ ਵੈਸੇ ਮੈਂ ਦੱਸਦਾ ਤੁਹਾਨੂੰ ਕਿ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਲੈ ਕੇ ਮੈਂ ਜਦੋਂ ਕੁਝ ਅਫਸਰਾਂ ਨਾਲ ਗੱਲ ਕੀਤੀ, ਰੰਧਾਵਾ ਜੀ, ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਚਲੋ ਪੁਲਿਸ ਦਾ ਪ੍ਰਬੰਧ ਤਾਂ ਉੱਥੇ ਹੋਣਾ ਹੀ ਹੋਣਾ, ਇੱਥੋਂ ਤੱਕ ਕਿ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਜ਼ਿਲ੍ਹਾ ਸੈਕਟਰੀਜ਼ ਆ, ਉਹਨਾਂ ਨੂੰ, BDPOs ਨੂੰ, DDPOs ਨੂੰ, ਤਮਾਮ ਤਰ੍ਹਾਂ ਦੇ ਪੰਚਾਇਤਾਂ ਨੂੰ, ਹਰ ਤਰ੍ਹਾਂ ਦੇ ਅਫਸਰਾਂ ਦੀਆਂ ਉੱਥੇ ਡਿਊਟੀਆਂ ਲਾ ਦਿੱਤੀਆਂ ਗਈਆਂ। ਸਾਰਾ ਸਟੇਟ ਦਾ, ਸਾਰੇ ਪੰਜਾਬ ਦੀ ਸਟੇਟ ਦਾ, ਜਿਹੜੀ ਸਰਕਾਰ ਦਾ ਤਾਮਝਾਮ ਉੱਥੇ ਤੁਸੀਂ ਦੇਖੋ ਉੱਥੇ ਲਾ ਦਿੱਤਾ ਉਹਨਾਂ ਡਿਊਟੀਆਂ ਤੇ। ਪ੍ਰਧਾਨ ਮੰਤਰੀ ਦਾ ਪ੍ਰੋਟੋਕਾਲ ਤਾਂ ਕਹਿੰਦਾ ਹੀ ਹੈ, ਕਿਉਂਕਿ ਉਹ ਇੱਕ ਵਾਹਿਦ ਜਿਹੜੇ ਆ ਵਿਅਕਤੀ ਨੇ ਬਤੌਰ ਪ੍ਰਧਾਨ ਮੰਤਰੀ, ਜਿਹੜੇ SPG, ਸਪੈਸ਼ਲ ਪ੍ਰੋਟੈਕਸ਼ਨ ਜਿਹੜਾ ਗਰੁੱਪ ਹੈ SPG ਦਾ, ਉਹਦੇ ਅਧੀਨ ਉਹਨਾਂ ਦੀ ਜਿਹੜੀ ਆ ਸੁਰੱਖਿਆ ਕੀਤੀ ਜਾਂਦੀ ਹੈ। ਕਿਉਂਕਿ ਬਾਕੀ ਜਿਹੜੇ ਲੋਕ ਆ, ਜਿਹੜੇ ਹੋਰ ਆ, ਉਹ ਲਗਭਗ CRP ਦੇ ਘੇਰੇ ਦੇ, CRPF ਦੇ ਘੇਰੇ ਚ ਆਉਂਦੇ। ਜੀ ਜੀ ਜੀ, ਰੰਧਾਵਾ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਗੱਲ ਤੁਹਾਡੀ ਠੀਕ ਲੱਗਦੀ ਹੈ ਕਿ ਬਹੁਤ ਸਾਰੇ ਲੋਕ ਲਾਤੇ। ਆਮ ਤੌਰ ਤੇ ਚਲੋ ਪ੍ਰੋਟੈਕਸ਼ਨ ਤਾਂ ਹੈ, ਉਹਨਾਂ ਕੋਲ ਬਹੁਤ ਸਾਰੀਆਂ ਏਜੰਸੀਆਂ ਨੇ, ਬਹੁਤ ਸਾਰੀਆਂ ਫੋਰਸਸ ਨੇ, ਪੈਰਾਮਿਲਟਰੀ, ਦੂਜਾ ਤੀਜਾ, ਉਹਨਾਂ ਦੇ ਆਪਣੇ ਕਮਾਂਡੋ, ਪੰਜਾਬ ਪੁਲਿਸ ਵੀ ਲੱਗੀ ਹੋਊਗੀ 5-7-10 ਹਜ਼ਾਰ ਦੀ ਗਿਣਤੀ। ਪਰ ਮੈਨੂੰ ਇਹ ਜ਼ਰੂਰ ਦੱਸੋ, ਜਿਹੜਾ ਤੁਸੀਂ ਕਹਿੰਦੇ ਕਿ ਸਾਰਾ ਹੀ ਤੰਤਰ ਲਾਤਾ, ਪਰ ਆਪਣੇ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਮੇਰੇ ਦਫ਼ਤਰ ਤੇ 2 ਜਣੇ ਕਰੋਨਾ ਪੋਜ਼ਿਟਿਵ ਹੋ ਗਏ, ਮੈਂ ਤਾਂ ਜਾਊਂਗਾ ਨਹੀਂ, ਮੈਂ ਤਾਂ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋ ਜਾਊਂਗਾ। ਲੇਕਿਨ ਸਵਾਲ ਇਹ ਹੈ ਕਿ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਮੋਦੀ ਸਾਹਿਬ ਨਾਲ ਰਲੇ ਨੇ ਕੈਪਟਨ ਅਮਰਿੰਦਰ। ਜੇ ਸਾਰਾ ਸਰਕਾਰ ਦਾ ਤੰਤਰ ਪ੍ਰਧਾਨ ਮੰਤਰੀ ਲਈ ਖੜਾ ਕਰਤਾ ਗਿਆ, ਜਿਵੇਂ ਮੈਂ ਤੁਹਾਡੀ ਮੰਨ ਲਾ, ਕਿਉਂਕਿ ਮੇਰੇ ਕੋਲ ਜਾਣਕਾਰੀ ਨਹੀਂ ਗਈ, ਇਹਦਾ ਮਤਲਬ ਚੰਨੀ ਸਾਹਿਬ ਵੀ ਦਮ ਜਿਹਾ ਭਰਨ ਲੱਗ ਪਏ, ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਪੂਰੀ ਆਓ ਭਗਤ ਕਰਾਂਗੇ, ਸਾਰਾ ਪੰਜਾਬ ਤੁਹਾਨੂੰ ਦੇਤਾ ਲਓ ਇੱਕ ਦਿਨ ਲਈ, ਸਾਡਾ ਧਿਆਨ ਰੱਖੀ ਜਾਇਓ। ਕਿਤੇ ਇੰਝ ਆ, ਜਾਂ ਫਿਰ ਇਹ ਪ੍ਰਧਾਨ ਮੰਤਰੀ ਦਾ ਆਪਣਾ ਪ੍ਰੋਟੋਕਾਲ ਆ ਕਿ ਸਾਰੀ ਮਸ਼ੀਨਰੀ ਦੇਣੀ ਹੁੰਦੀ ਹੈ? ਦੇਖੋ, ਆਮ ਤੌਰ ਤੇ ਤੁਸੀਂ ਦੇਖੋ, ਜਿਹੜੀਆਂ ਵਿਰੋਧੀ ਸਰਕਾਰਾਂ ਵੀ ਨੇ, ਚਾਹੇ ਉਹ ਮਮਤਾ ਬੈਨਰਜੀ ਆ, ਪਿਛਲੇ ਦਿਨਾਂ ਦੇ ਵਿੱਚ ਜਾ ਕੇ ਉਹ ਪ੍ਰਧਾਨ ਮੰਤਰੀ ਨੂੰ ਮਿਲਦੇ ਆ ਤੇ ਕਿਆਸ ਰਹੀਆਂ ਉਹਨਾਂ ਬਾਰੇ ਵੀ ਲੱਗਣ ਲੱਗ ਗਈਆਂ ਸੀ ਕਿ ਕਿਤੇ ਇਹ ਭਾਜਪਾ ਦੇ ਨਜ਼ਦੀਕ ਤਾਂ ਨਹੀਂ ਹੋ ਗਏ। ਜਦੋਂ ਗੌਤਮ ਅਡਾਨੀ ਵਰਗੇ ਵੱਡੇ ਬਿਜ਼ਨਸਮੈਨ ਨੂੰ ਮਿਲ ਕੇ ਆਉਂਦੇ ਆ, ਫਿਰ ਉਹਨਾਂ ਬਾਰੇ ਕਿਆਸ ਰਹੀਆਂ। ਦੇਖੋ, ਇਹ ਗੱਲ ਜ਼ਰੂਰ ਆ ਕਿ ਜਿਹੜੀਆਂ ਸੂਬਾ ਸਰਕਾਰਾਂ ਹੁੰਦੀਆਂ, ਉਹਨਾਂ ਨੇ ਸੈਂਟਰ ਸਰਕਾਰ ਤੋਂ, ਕੇਂਦਰ ਦੀ ਸਰਕਾਰ ਤੋਂ ਬਹੁਤ ਸਾਰੇ ਫਾਇਦੇ ਲੈਣੇ ਹੁੰਦੇ ਆ, ਬਹੁਤ ਤਰ੍ਹਾਂ ਦੇ ਚਾਹੁੰਦਾ। ਅੱਜ ਪੰਜਾਬ ਵੀ ਚਾਹੁੰਦਾ, ਮੈਨੂੰ ਲੱਗਦਾ ਚਰਨਜੀਤ ਸਿੰਘ ਚੰਨੀ ਵੀ ਚਾਹੁੰਦੇ ਹੋਣਗੇ ਕਿ ਘੱਟੋ ਘੱਟ ਪ੍ਰਧਾਨ ਮੰਤਰੀ ਕੋਈ ਨਾ ਕੋਈ ਪੈਕੇਜ ਐਲਾਨ ਕੇ ਜਾਣ, ਤਾਂ ਕਿ ਇੱਥੋਂ ਦੇ ਲੋਕਾਂ ਨੂੰ ਕੋਈ ਉਹਨਾਂ ਨੂੰ ਫਾਇਦਾ ਹੋ ਸਕੇ। ਇਹ ਗੱਲ ਠੀਕ ਆ, ਰਾਜਨੀਤੀ ਆਪਣੀ ਥਾਂ ਤੇ ਆ। ਉਹਨਾਂ ਨੇ ਅੱਜ ਵੀ ਇਹ ਗੱਲ ਕਹੀ ਆ ਕਿ ਮੈਂ ਚਲੋ ਨਹੀਂ ਜਾ ਸਕਦਾ, ਲੇਕਿਨ ਮੇਰੇ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹ ਪ੍ਰੋਟੋਕਾਲ ਦੇ ਅਧੀਨ ਉਹਨਾਂ ਨੂੰ ਰਿਸੀਵ ਕਰਨ ਜਾਣਗੇ, ਉਹਨਾਂ ਨੂੰ ਵੈਲਕਮ ਕਰਨ ਜਾਣਗੇ। ਇਹ ਗੱਲ ਉਹਨਾਂ ਨੇ ਕਹੀ ਆ। ਲੇਕਿਨ ਨਾਲ ਦੀ ਨਾਲ ਆਪਾਂ ਨੂੰ ਇਹ ਜ਼ਰੂਰ ਮੰਨ ਕੇ ਚੱਲਣਾ ਚਾਹੀਦਾ ਕਿ ਕੋਈ ਵੀ ਜਿਹੜੀ ਸੂਬਾ, ਕੋਈ ਸਟੇਟ ਆ ਜਿਹੜੀ, ਉਹ ਖੁਦ ਮੁਖਤਿਆਰ ਨਹੀਂ ਆ। ਉਹਨਾਂ ਦੇ ਅੱਜ ਵੀ ਉਹਨਾਂ ਨੂੰ ਹਰ ਤਰ੍ਹਾਂ ਦੇ ਉਹਨਾਂ ਦੇ ਹੱਥ ਬੰਨੇ ਹੋਏ ਆ। ਇਸੇ ਗੱਲ ਦੀ ਤਾਂ ਰੌਲਾ ਹੈ ਰੰਧਾਵਾ ਜੀ, ਕਿ ਜਿਹੜੇ ਫੈਡਰਲ ਅਸੀਂ ਪਾਵਰਸ ਦੀ ਗੱਲ ਕਰਦੇ ਆ ਜਾਂ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ, ਉਹ ਇਸੇ ਲਾਈਨ ਦੇ ਵਿੱਚ ਆਉਂਦੇ ਆ। ਸੋ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਕੁਝ ਮਿਲੇ। ਲੇਕਿਨ ਹਾਂ, ਇਹ ਜ਼ਰੂਰ ਆ ਕਿ ਕਈ ਵਾਰੀ ਜਿਹੜੇ ਮੁੱਖ ਮੰਤਰੀ ਹੁੰਦੇ ਨੇ, ਉਹ ਆਪੇ ਤੋਂ ਬਾਹਰ ਹੋ ਕੇ ਜਾਂ ਆਪੇ ਤੋਂ ਵੱਧ ਹੋ ਕੇ ਪ੍ਰੋਟੋਕਾਲ ਸ਼ਾਇਦ ਇੰਨਾ ਡਿਮਾਂਡ ਕਰਦਾ ਵੀ ਨਾ ਹੋਵੇ, ਕਿਉਂਕਿ ਪ੍ਰਧਾਨ ਮੰਤਰੀ ਦਾ ਤਾਂ ਆਪਣਾ ਇੱਕ ਪ੍ਰੋਟੋਕਾਲ ਹੁੰਦਾ। ਲੇਕਿਨ ਸਟੇਟ ਮਸ਼ੀਨਰੀ ਨੂੰ, ਪੂਰੀ ਪੁਲਿਸ ਵਿਵਸਥਾ ਨੂੰ
ਜਾਂ ਸਾਰਿਆਂ ਨੂੰ ਉਸ ਵਿੱਚ ਲਾ ਦੇਣਾ, ਚਾਹੇ ਉਹ ਡਾਕਟਰਸ ਹੋਵੇ, ਮੈਡੀਕਲ ਪ੍ਰੋਫੈਸ਼ਨ ਜਾਂ ਜਿਹੜੇ ਦੂਸਰੇ ਤਮਾਮ ਜਿਹੜੇ ਮੈਂ ਤੁਹਾਨੂੰ ਪਹਿਲਾਂ ਗਿਣਾਏ ਆ, ਉਹ ਥੋੜਾ ਜਿਹਾ ਇਹ ਲੱਗਦਾ ਕਿ ਇਹ ਆਪਣੇ ਆਪ ਤੋਂ ਬਾਹਰ ਜਾ ਕੇ ਇਹ ਸਾਰੀ ਵਿਵਸਥਾ ਕਰ ਰਹੇ ਆ। ਲੇਕਿਨ ਇਹ ਗੱਲ ਠੀਕ ਆ, ਜਿਹੜੇ ਮਤਭੇਦ ਨੇ ਉਹ ਜ਼ਰੂਰ ਰਹਿਣਗੇ, ਲੇਕਿਨ ਜਿਹੜੇ ਮੇਨ ਗੱਲ ਆਉਂਦੀ ਆ ਉਹ ਆਉਂਦਾ ਕਿ ਕੀ ਅੱਜ ਬੀਜੇਪੀ ਨੂੰ ਉਹ ਜਿਹੜਾ ਉਹ ਪੁਸ਼ ਚਾਹੁੰਦੇ ਆ, ਜਾਂ ਜਿਹੜਾ ਉਹ ਚਾਹੁੰਦੇ ਆ ਕਿ ਸਾਡਾ ਉਭਾਰ ਆਵੇ ਇਸ ਰੈਲੀ ਤੋਂ ਬਾਅਦ, ਜਾਂ ਜਿਹੜਾ ਸਾਡੇ ਸਮਰਥਨ ਦੇ ਵਿੱਚ ਵਾਧਾ ਆਵੇ, ਕੀ ਉਹ ਮਿਲੇਗਾ? ਔਰ ਜਿਹੜੀ ਤੁਸੀਂ ਗੱਲ ਕਹੀ ਆ ਕਿ ਜਿੰਨੇ ਫਾਰਮਰਸ ਨੇ, ਔਰ ਖਾਸ ਤੌਰ ਤੇ ਮੈਂ ਅੱਜ ਡਾਕਟਰ ਦਰਸ਼ਨਪਾਲ ਹੋਣਾ ਨੂੰ ਵੀ ਸੁਣ ਰਿਹਾ ਸੀ, ਉਹਨਾਂ ਨੇ ਬਿਲਕੁਲ ਸਾਫ਼ ਐਲਾਨ ਕਰ ਦਿੱਤਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਵਿਰੋਧ ਕਰਾਂਗੇ। ਉਹ ਤਾਂ ਇਹ ਕਹਿੰਦੇ ਆ ਉਹਨਾਂ ਦੇ ਪੁਤਲੇ ਫੂਕੇ ਜਾਣਗੇ, ਉਹਨਾਂ ਦੇ ਅਸੀਂ ਅਰਥੀਆਂ ਸਾੜਾਂਗੇ, ਕਿਉਂਕਿ ਵਿਰੋਧ ਜਿਹੜਾ ਹੈ ਉਹ ਬਰਕਰਾਰ ਆ। ਕੱਲ ਹੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਸੀ ਜਾਂ ਸਰਵਣ ਸਿੰਘ ਪੰਦੇਰ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਵੀ ਵਿਰੋਧ ਕਰਾਂਗੇ। ਸੋ ਹੋਰ ਵੀ ਤਮਾਮ ਜਥੇਬੰਦੀਆਂ, ਪਹਿਲਾਂ 9 ਜਥੇਬੰਦੀਆਂ ਨੇ ਵੀ ਇਹ ਗੱਲ ਐਲਾਨੀ ਸੀ ਕਿ ਅਸੀਂ ਵਿਰੋਧ ਕਰਾਂਗੇ। ਉਹ ਵਿਰੋਧ ਵੀ ਆਪਣੇ ਤਰ੍ਹਾਂ ਬਰਕਰਾਰ ਰਹੂਗਾ। ਲੇਕਿਨ ਇੱਕ ਗੱਲ ਮੈਂ ਹੋਰ ਇਹਦੇ ਨਾਲ ਜੋੜਦਾ, ਜਿਹੜੇ ਗਜੇਂਦਰ ਸ਼ੇਖਾਵਤ ਨੇ, ਉਹਨਾਂ ਦੀ ਇੱਕ ਬੜੀ ਇੰਟਰਸਟਿੰਗ ਟਿੱਪਣੀ ਆਈ ਆ। ਉਹ ਕਹਿੰਦੇ ਖੇਤੀ ਕਾਨੂੰਨਾਂ ਨੇ ਤਾਂ ਸਾਡਾ ਫਾਇਦਾ ਕੀਤਾ, ਨੁਕਸਾਨ ਕੋਈ ਨਹੀਂ ਕੀਤਾ। ਵੈਸੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਹਾਡਾ ਫਾਇਦਾ ਕੀਤਾ, ਲੇਕਿਨ ਕਿਸਾਨਾਂ ਦਾ ਨੁਕਸਾਨ ਹੋ ਗਿਆ। 731 ਕਿਸਾਨ ਮੌਤ ਦੇ ਮੂੰਹ 'ਚ ਚਲੇ ਗਏ ਨੇ, ਉਹਨਾਂ ਬਾਰੇ ਤੁਹਾਡੇ ਸ਼ਬਦ ਨਹੀਂ, ਲੇਕਿਨ ਤੁਹਾਨੂੰ ਆਪਣਾ ਰਾਜਨੀਤਿਕ ਫਾਇਦਾ ਇਹ 'ਚ ਜ਼ਰੂਰ ਨਜ਼ਰ ਆਉਂਦਾ। ਇੱਥੇ ਇਹਨਾਂ ਨੂੰ ਜ਼ਰੂਰ ਇਹ ਜਿਹੜੀਆਂ ਸੰਵੇਦਨਸ਼ੀਲ ਟਿੱਪਣੀਆਂ ਨਹੀਂ ਹੁੰਦੀਆਂ, ਸੰਵੇਦਨਾ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਇਸ ਕਰਕੇ ਇਹ ਟਿੱਪਣੀਆਂ ਕਰਨੀਆਂ ਬਹੁਤ ਧਿਆਨ 'ਚ ਰੱਖ ਕੇ ਕਰਨੀਆਂ ਚਾਹੀਦੀਆਂ ਨੇ। ਜੀ ਰੰਧਾਵਾ ਜੀ। ਬਿਲਕੁਲ ਠੀਕ ਹੈ, ਲੇਕਿਨ ਮੈਨੂੰ ਕਿਤੇ ਕਿਤੇ ਇੰਜ ਲੱਗਦਾ ਹੈ ਕਿ ਜਦੋਂ ਯੁੱਧ ਹੁੰਦਾ ਹੈ, ਯੁੱਧ ਵਿੱਚ ਬਹੁਤ ਕੁਝ ਹੁੰਦਾ ਹੈ, ਪਰ ਜਦੋਂ ਜੁੱਧਬੰਦੀ ਹੁੰਦੀ ਆ ਉਦੋਂ ਸਾਨੂੰ ਉਹਦੇ ਨੇਮ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਕਿਸਾਨ ਜਥੇਬੰਦੀਆਂ ਦੇ ਕੋਈ ਮਾਮਲੇ ਨੇ ਤੇ ਉਹ ਉਹਨਾਂ ਨੂੰ ਸਰਕਾਰ ਨਾਲ ਜਿਸ ਵੀ ਪੱਧਰ ਤੇ ਗੱਲਬਾਤ ਉਹਨਾਂ ਤੋਰੀ ਸੀ ਨਿਬੇੜ ਲੈਣੇ ਚਾਹੀਦੇ ਆ। ਸਿਆਸੀ ਧਿਰਾਂ ਦਾ ਹੱਕ ਆ ਕਿ ਉਹ ਰੈਲੀਆਂ ਕਰਨ, ਉਹਨਾਂ ਦੀਆਂ ਰੈਲੀਆਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਵਿਰੋਧ ਕਿਸ ਪੱਧਰ ਤੇ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ। ਇਹਨਾਂ ਦੇ ਕਿਹੜੇ ਮਸਲੇ ਜਿਹੜੇ ਸਰਕਾਰ ਸੱਦੀ ਨਾ ਕਰ ਗਈ, ਕਿਉਂਕਿ ਜਦੋਂ ਕਮੇਟੀ ਬਣ ਗਈ, ਹੁਣ ਉਸ ਕਮੇਟੀ ਦੇ ਮੈਂਬਰ ਵੀ ਰਾਜੇਵਾਲ ਸਾਹਿਬ ਤੇ ਚਨੋਨੀ ਇਲੈਕਸ਼ਨ 'ਚ ਹਿੱਸਾ ਲੈਣ ਨੂੰ ਫਿਰਦੇ ਆ। ਉਹ ਸੰਯੁਕਤ ਕਿਸਾਨ ਮੋਰਚੇ ਦੀ ਬਜਾਏ ਇੱਕ ਵੱਖਰੇ ਸਿਸਟਮ ਦੇ ਵਿੱਚ ਬੱਝੇ ਹੋਏ, ਦੋਨਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਐਲਾਨਤੀਆਂ। ਇਹ ਬੜੀ ਦਿਲਚਸਪ ਗੱਲ ਆ ਕਿ ਤੁਸੀਂ ਵਿਰੋਧ ਨੂੰ ਕਿਸ ਪੱਧਰ ਤੇ ਲੈ ਕੇ ਜਾਣਾ। ਸਦਾ ਵਿਰੋਧ ਵਿੱਚ ਰਹਿਣ ਵਾਲੇ ਕਦੇ ਕੁਝ ਬਹੁਤ ਸਿਆਣੇ ਨਹੀਂ ਮੰਨੇ ਜਾਂਦੇ, ਨੰਬਰ 1। ਦੂਜੀ ਗੱਲ, ਮੈਨੂੰ ਕਦੇ ਕਦੇ ਇੰਜ ਲੱਗਦਾ ਹੈ ਕਿ ਸਿੱਖਾਂ ਨਾਲ ਜੇ ਇੱਕ ਬਹੁਤ ਵੱਡੀ ਮੰਗ ਪੂਰੀ ਹੋਈ ਆ ਇਸ ਪ੍ਰਧਾਨ ਮੰਤਰੀ ਦੇ ਹੁੰਦਿਆਂ, ਉਹ ਹੈਗੀ ਆ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ। ਮੈਂ ਜਦੋਂ ਅਜੇ ਬਹੁਤ ਛੋਟੀ ਉਮਰ ਸੀਗਾ, ਅੱਗੇ ਵੱਧਦਾ ਸੀ, ਉਦੋਂ ਹੀ ਇੱਕ ਅੱਧ ਵਾਰ ਮੈਂ ਸੁਣਿਆ ਸੀ ਜਾਂ ਅਖਬਾਰ ਦੀਆਂ ਕਾਤਰਾਂ ਵੇਖੀਆਂ ਕਿ ਪਾਕਿਸਤਾਨ ਚਾਹੁੰਦਾ ਕਿ ਅਸੀਂ ਕਰਤਾਰਪੁਰ ਦਾ ਲਾਂਘਾ ਦੇ ਦਈਏ। ਫਿਰ ਉਹ ਗੱਲ ਲਗਭਗ 3 ਦਹਾਕਿਆਂ 'ਚ ਫੈਲ ਗਈ ਕਿ ਜਿਹੜਾ ਵੀ ਉਹਨਾਂ ਦਾ ਕੋਈ ਸ਼ਾਸਕ ਆਇਆ ਉਹ ਜ਼ਬਾਨੀ ਜਮ੍ਹਾਂ ਖਰਚ ਕਰ ਦਿੰਦਾ ਰਿਹਾ। ਮਨਮੋਹਨ ਸਿੰਘ 2 ਵਾਰੀ ਪ੍ਰਧਾਨ ਮੰਤਰੀ ਬਣਦੇ, ਉਹਨਾਂ ਨੇ ਵੀ ਹਾਮੀ ਨਹੀਂ ਭਰੀ। ਲੇਕਿਨ ਇਹ ਦਲੇਰਾਨਾ ਫੈਸਲਾ ਸੀ। ਮੈਨੂੰ ਪਤਾ ਲੱਗਿਆ, ਪਤਾ ਨਹੀਂ ਹੁਣ ਇਹ ਠੀਕ ਹੈ ਕਿ ਗਲਤ ਹੈ, ਸਰਕਾਰ ਦੇ ਪੱਧਰ ਤੇ ਪੀਐਮਓ ਦੇ ਵਿੱਚ ਇੱਕ ਤੋਂ ਵੱਧ ਵਾਰੀ ਇਹ ਗੱਲ ਚੱਲੀ ਹੈ ਕਿ ਕਿਉਂ ਨਾ ਸਿੱਖਾਂ ਨੂੰ ਖੁਸ਼ ਕਰਨ ਲਈ ਜਾਂ ਸਿੱਖਾਂ ਨੂੰ ਨਾਲ ਜੋੜੀ ਰੱਖਣ ਲਈ ਜਾਂ ਉਹਨਾਂ ਨੂੰ ਚੰਗਾ ਅਹਿਸਾਸ ਕਰਾਉਣ ਲਈ ਕਰਤਾਰਪੁਰ ਸਾਹਿਬ ਦੀ ਜਿਹੜੀ ਜ਼ਮੀਨ ਹੈ ਜਾਂ ਉਹ ਏਰੀਆ ਹੈ, ਕੋਈ 3-4 ਕਿਲੋਮੀਟਰ ਅੱਗੇ ਤੱਕ ਦਾ, ਮਨਪ੍ਰੀਤ ਜੀ ਬੜੀ ਵੱਡੀ ਗੱਲ ਹੈ ਕਿ ਉਹਨੂੰ ਪਾਕਿਸਤਾਨ ਦੇ ਨਾਲ ਉਹਦੇ ਨਾਲੋਂ ਜ਼ਿਆਦਾ ਜ਼ਮੀਨ ਦੇ ਕੇ ਵਟਾ ਲਿਆ ਜਾਵੇ। ਔਰ ਇਹ ਕੂਟਨੀਤਿਕ ਪੱਧਰ ਤੇ ਕਿਤੇ ਕਿਤੇ ਗੱਲ ਤੁਰੀ ਵੀ ਆ ਕਿ ਪ੍ਰਧਾਨ ਮੰਤਰੀ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਜੇ ਅਸੀਂ ਉਹ ਏਰੀਆ ਜਿੱਥੇ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਸ਼ਿਸ਼ੋਭਤ ਨੇ, ਉਹ ਥਾਂ ਨੂੰ ਪਾਕਿਸਤਾਨ ਨਾਲ ਵਟਾਂਦਰੇ 'ਚ ਲਿਆ ਕੇ ਇੱਧਰ ਲਾਈਏ। ਕੁਝ ਗੱਲਾਂ ਐਸੀਆਂ ਜੇ ਉਹ ਆਰਥਿਕ ਤੌਰ ਤੇ ਕੁਝ ਪੰਜਾਬ ਨੂੰ ਰਾਹਤ ਦੇ ਜਾਂਦੇ ਆ, ਪੰਜਾਬ ਦੀ ਇੰਡਸਟਰੀ ਜਿਹੜੀ ਮਰ ਚੱਲੀ ਆ ਗਵਾਂਢੀ ਸੂਬਿਆਂ ਦੀਆਂ ਰਾਹਤਾਂ ਕਰਕੇ, ਜੇ ਉੱਥੇ ਕੋਈ ਐਲਾਨ ਕਰ ਜਾਂਦੇ ਆ, ਜੇ ਕਿਸਾਨੀ ਲਈ ਕੋਈ ਐਲਾਨ ਕਰਦੇ ਆ, ਜੇ ਕੋਈ ਉਹ ਹੋਰ ਪੰਜਾਬ ਦੇ ਨਜ਼ਰੀਓਂ ਕੋ ਬਿਹਤਰ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਵੈਲਕਮ ਆ। ਪਰ ਮੋਦੀ ਸਾਹਿਬ ਨੂੰ ਆਪਣੇ ਆਪ ਨੂੰ ਸਪਸ਼ਟ ਕਰਨਾ ਹੋਊਗਾ, ਨੀਅਤ ਦਿਖਾਉਣੀ ਹੋਊਗੀ, ਤਾਂ ਪੰਜਾਬ ਦੇ ਲੋਕ, ਕਿਉਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਕੁੜੱਤਣ ਬਹੁਤ ਵਧੀ ਰਹੀ ਕਿਸਾਨੀ ਮਾਮਲਿਆਂ 'ਚ। ਅੰਦੋਲਨ ਦੇ ਚੱਲਦਿਆਂ ਬਹੁਤ ਕੁੜੱਤਣ ਵਧੀ ਸੀ। ਇਸ ਕੁੜੱਤਣ ਨੂੰ ਧੋਣ ਦਾ ਵੇਲਾ ਹੈ, ਭਾਵੇਂ ਬਹਾਨਾ ਇਲੈਕਸ਼ਨ ਦਾ ਹੈ। ਚੋਣਾਂ ਦੇ ਵਿੱਚ ਵੋਟ ਕਿਹਨੂੰ ਪਾਉਣੀ ਆ, ਕਿੰਨੇ ਕਿਹਦੇ ਨਾਲ ਜਾਣਾ, ਮੈਟਰ ਨਹੀਂ ਕਰਦਾ। ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। ਸਿੱਖ ਹੋਣ ਦੀ ਹੈਸੀਅਤ ਦੇ ਵਿੱਚ, ਪੰਜਾਬੀ ਹੋਣ ਦੀ ਹੈਸੀਅਤ ਦੇ ਵਿੱਚ, ਇਸ ਸੂਬੇ ਦੇ ਵਸਿੰਦੇ ਹੋਣ ਦੀ ਹੈਸੀਅਤ 'ਚ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਹੋਵੇ, ਭਾਵੇਂ ਉਹ ਹਿਮਾਚਲ ਹੈ, ਭਾਵੇਂ ਉਹ ਜੰਮੂ ਕਸ਼ਮੀਰ ਹੈ, ਭਾਵੇਂ ਉਹ ਟੈਕਸ ਹੌਲੀਡੇਜ਼ ਦੀ ਗੱਲ ਆ, ਭਾਵੇਂ ਉਹ ਸਿੱਖ ਬੰਦੀਆਂ ਨੂੰ ਰਿਹਾਈ ਦੀ ਗੱਲ ਆ, ਭਾਵੇਂ ਸੰਸਥਾਵਾਂ ਦੀ ਫਰੀਡਮ ਦੀ ਗੱਲ ਹੈ, ਤੇ ਭਾਵੇਂ ਸਾਡੀ ਰਾਜਧਾਨੀ, ਅਦਾਲਤਾਂ, ਪੰਜਾਬੀ ਬੋਲਦੇ ਇਲਾਕੇ, ਬਹੁਤ ਕੁਝ ਐਸਾ ਹੈ ਜਿਹਨੂੰ ਸਿਰਫ ਹਵਾ 'ਚ ਉਛਾਲਿਆ ਗਿਆ, ਕੁਝ ਨਹੀਂ ਹੋਇਆ। ਅੱਗੇ ਚੱਲਦੇ ਹਾਂ ਜੀ। ਅੱਜ ਮਜੀਠੀਆ ਸਾਹਿਬ ਦੀ ਜ਼ਮਾਨਤ ਵਾਲਾ ਮਾਮਲਾ ਵੀ ਆ, ਇੱਥੇ ਵੀ ਟਿੱਪਣੀ ਦਿਓ ਜ਼ਰਾ।
ਦੇਖੋ, ਇਹ ਗੱਲ ਤੁਹਾਨੂੰ ਯਾਦ ਹੋਣਾ, ਪਿਛਲੀ ਵਾਰੀ ਜਦੋਂ ਉਹਨਾਂ ਦੀ ਸੁਣਵਾਈ ਹੋਈ ਸੀ ਤੇ ਉਹ ਟਾਲ ਦਿੱਤੀ ਗਈ ਸੀ। ਜਸਟਿਸ ਲਿਜ਼ਾ ਗਿੱਲ ਹੁਣ ਉਹਨਾਂ ਦੀ ਕੋਰਟ ਦੇ ਵਿੱਚ ਇਹ ਅਰਜ਼ੀ ਅੱਜ ਲੱਗ ਰਹੀ ਆ। ਉਸ ਤੋਂ ਪਹਿਲਾਂ 24 ਦਸੰਬਰ ਨੂੰ ਉਹਨਾਂ ਦੀ ਜ਼ਮਾਨਤ ਜਿਹੜੀ ਮੋਹਾਲੀ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਸੀ ਤੇ ਕੋਰਟ ਨੇ ਉਸ ਟਾਈਮ ਕਹਿ ਦਿੱਤਾ ਗਿਆ ਸੀ ਕਿ ਇਸ FIR ਜਿਹੜੀ ਉਹਨਾਂ ਤੇ 20 ਦਸੰਬਰ ਨੂੰ ਰਜਿਸਟਰ ਹੋਈ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੁਝ ਗੈਰ ਕਾਨੂੰਨੀ ਨਹੀਂ ਆ। ਲੇਕਿਨ ਹੁਣ ਸਾਰਿਆਂ ਦੀ ਅੱਖ ਇਸ ਗੱਲ ਤੇ ਜ਼ਰੂਰ ਰਹੇਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੀ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਕਿਸੇ ਤਰ੍ਹਾਂ ਦੀ ਰਾਹਤ ਮਿਲਦੀ ਹੈ। ਜਿਹੜਾ ਪਿਛਲੀ ਵਾਰੀ ਜਦੋਂ ਸੁਣਵਾਈ ਟਲੀ ਸੀ ਉਦੋਂ ਇਹ ਗੱਲ ਕਹੀ ਗਈ ਸੀ ਤੁਸੀਂ ਵਰਚੁਅਲੀ ਨਹੀਂ, ਤੁਸੀਂ ਫਿਜ਼ੀਕਲੀ ਪੇਸ਼ ਹੋ। ਲੇਕਿਨ ਹੁਣ ਤੁਹਾਨੂੰ ਪਤਾ ਹੀ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਵੇਂ ਆਰਡਰ ਆ ਗਏ ਫਿਰ ਕਰੋਨਾ ਦੇ ਮੱਦੇਨਜ਼ਰ, ਕਿਉਂਕਿ ਇਹਦਾ ਫੈਲਾਅ ਹੋ ਰਿਹਾ ਤੇ ਹੋਰ ਉਹਨਾਂ ਨੇ ਦੁਬਾਰਾ ਤੋਂ ਜਿਹੜੀਆਂ ਵਰਚੁਅਲ ਜਿਹੜੀਆਂ ਅਪੀਅਰੈਂਸਿਸ ਕਰ ਦਿੱਤੀਆਂ। ਹੁਣ ਦੇਖਾਂਗੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜੇ ਇਹਨਾਂ ਦੋਨਾਂ ਧਿਰਾਂ ਦੇ, ਪੰਜਾਬ ਸਰਕਾਰ ਤੇ ਬਿਕਰਮ ਸਿੰਘ ਮਜੀਠੀਆ ਹੋਣਾ ਦੇ ਵਕੀਲ ਪੇਸ਼ ਹੁੰਦੇ ਆ, ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੇ ਮੁਕੁਲ ਰੋਹਤਗੀ ਉਹ ਰਿਪਰੈਜ਼ੈਂਟ ਕਰਨਗੇ ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਪੀ ਚਿਦੰਬਰਮ ਜਿਹੜੇ ਆ ਉਹ ਰਿਪਰੈਜ਼ੈਂਟ ਕਰਨਗੇ, ਕਿਉਂਕਿ ਪਿਛਲੀ ਵਾਰੀ ਇਹਨਾਂ ਦੋਨਾਂ ਨੇ ਆਉਣਾ ਸੀ। ਕੀ ਬਹਿਸ ਹੁੰਦੀ ਹੈ, ਕੀ ਉਹਨਾਂ ਨੂੰ ਰਾਹਤ ਮਿਲਦੀ ਹੈ ਤੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀ ਕੁ ਰਾਹਤ ਮਿਲਦੀ ਆ, ਕਿਉਂਕਿ ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਜਾਂਦੀਆਂ, ਇਹ ਆਪਾਂ ਨੂੰ ਪਤਾ ਹੀ ਹੈ ਰੰਧਾਵਾ ਜੀ ਕਿ ਬਿਕਰਮ ਸਿੰਘ ਮਜੀਠੀਆ ਇਸ ਟਾਈਮ ਇਸ ਚੋਣ ਪ੍ਰਚਾਰ ਚੋਂ ਗਾਇਬ ਨੇ। ਉਹਨਾਂ ਦਾ ਆਪਣੇ ਇਲਾਕੇ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਅਹਿਮ ਆ। ਇਸ ਕਰਕੇ ਉਹ ਚਾਹਣਗੇ ਕਿ ਉਹਨਾਂ ਨੂੰ ਰਾਹਤ ਮਿਲੇ ਤੇ ਉਹ ਦੁਬਾਰਾ ਆ ਕੇ ਚੋਣ ਪ੍ਰਚਾਰ ਕਰਨ, ਤਾਂ ਕਿ ਜਿਹੜੀਆਂ ਚੋਣਾਂ ਦੇ ਵਿੱਚ ਜੋ ਉਹਨਾਂ ਨੂੰ ਲਾਹਾ ਮਿਲਣਾ ਚਾਹੀਦਾ ਜਾਂ ਜੋ ਉਹਨਾਂ ਦਾ ਫਾਇਦਾ ਹੋਣਾ ਉਹ ਹੋ ਸਕੇ। ਜੀ ਰੰਧਾਵਾ ਜੀ। ਬਹੁਤ ਸੰਖੇਪ ਚ ਮੈਨੂੰ ਇਹ ਦੱਸ ਦਿਓ ਕਿ ਬਹਿਬਲ ਕਲਾਂ ਗੋਲੀकांड ਦੇ ਮਾਮਲੇ 'ਚ ਜਿਹੜੀ ਕੱਲ ਸੁਣਵਾਈ ਹੋਈ ਆ, ਉੱਥੇ ਮਾਣਯੋਗ ਜੱਜ ਸਾਹਿਬਾਨ ਨੇ ਇਹ ਬਿਲਕੁਲ ਹੀ ਖਾਰਜ ਕਰਤੀ ਗੱਲ ਆ ਪਟੀਸ਼ਨਰ ਦੀ, ਜਿਹੜੇ ਸਾਬਕਾ SSP ਆ, ਕਿ ਸੁਣਵਾਈ ਟਾਲ ਦਿਓ ਫਰਵਰੀ ਤੱਕ। ਮੈਨੂੰ ਇਹਦੇ ਤੇ ਜ਼ਰੂਰ ਜਾਣਕਾਰੀ ਦੇ ਦਿਓ ਕਿ ਉੱਥੇ ਕੀ ਵਾਪਰਿਆ। ਦਰਅਸਲ ਜਿਹੜੇ ਸਾਬਕਾ ਮੋਗੇ ਦੇ SSP ਚਰਨਜੀਤ ਸਿੰਘ ਸ਼ਰਮਾ ਨੇ, ਉਹ ਗਏ ਸੀ ਇਸ ਅਰਜੀ ਨੂੰ ਲੈ ਕੇ ਐਡੀਸ਼ਨਲ ਸੈਸ਼ਨ ਕੋਰਟ ਦੇ ਫਰੀਦਕੋਟ ਦੇ ਉਸ ਅਦਾਲਤ ਦੇ ਵਿੱਚ, ਤੇ ਉਹਨਾਂ ਨੇ ਇਹ ਪਲੀ ਲਿੱਤੀ ਸੀ। ਉਹਨਾਂ ਨੇ ਇਹ ਆਪਣੀ ਪਲੀ ਲਿੱਤੀ ਸੀ ਕਿ ਜਿਵੇਂ ਸੁਮੇਧ ਸਿੰਘ ਸੈਣੀ ਨੂੰ ਰਾਹਤ ਮਿਲੀ ਹੈ ਤੇ ਉਹ ਫਰਵਰੀ ਤੱਕ ਆਪ ਅਪੀਅਰ ਨਹੀਂ ਹੋ ਸਕਦੇ। ਦਰਅਸਲ ਇਹ ਪਲੀ ਇਹ ਆ ਕਿ ਤੁਸੀਂ ਜਦੋਂ ਚਾਰਜ ਸ਼ੀਟ ਕਰਦੇ ਹੋ ਕਿਸੇ ਨੂੰ ਤੇ ਉਹਨਾਂ ਦਾ ਵੀ ਫਿਜ਼ੀਕਲੀ ਉਸ ਅਦਾਲਤ ਦੇ ਵਿੱਚ ਰਹਿਣਾ, ਮੌਜੂਦ ਹੋਣਾ ਜ਼ਰੂਰੀ ਹੁੰਦਾ। ਲੇਕਿਨ ਕਿਉਂਕਿ ਸੁਮੇਧ ਸਿੰਘ ਸੈਣੀ ਨੂੰ ਫਰਵਰੀ ਤੱਕ ਹਾਈ ਕੋਰਟ ਵੱਲੋਂ ਰਾਹਤ ਹੈ ਕਿ ਉਹਨਾਂ ਨੇ ਪਰਸਨਲ ਆਪਣੀ ਹੈ ਜਿਹੜੀ ਨਿੱਜੀ ਅਪੀਅਰੈਂਸ ਤੋਂ ਉਹਨਾਂ ਨੂੰ ਰਾਹਤ ਮਿਲੀ ਹੋਈ ਹੈ, ਇਸ ਦੀ ਪਲੀ ਲੈ ਕੇ ਚਰਨਜੀਤ ਸ਼ਰਮਾ ਤੇ ਜਿਹੜੇ ਹੋਰ ਨਾਲ ਪੁਲਿਸ ਅਫਸਰ ਨਾਮਜ਼ਦ ਨੇ ਇਸ ਬਹਿਬਲ ਕਲਾਂ ਗੋਲੀकांड ਦੇ ਵਿੱਚ, ਉਹ ਇਸ ਨੂੰ ਇੱਕ ਰਾਹਤ ਸਮਝਦੇ ਸੀ ਕਿ ਸਾਨੂੰ ਵੀ ਮਿਲੂਗੀ। ਕੋਰਟ ਨੇ ਹਾਲਾਂਕਿ ਉਹਨਾਂ ਦੀ ਇਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਤੇ ਉਹਨਾਂ ਨੂੰ ਹੁਣ ਕਿਹਾ ਕਿ ਤੁਸੀਂ 18 ਜਨਵਰੀ ਨੂੰ ਦੁਬਾਰਾ ਕੋਰਟ ਦੇ ਵਿੱਚ ਅਪੀਲ ਹੋਵੋਗੇ। ਮੈਨੂੰ ਲੱਗਦਾ ਜਿਹੜੀ ਰਾਹਤ ਦੀ ਉਮੀਦ ਸੀ ਉਹਨਾਂ ਨੂੰ ਨਹੀਂ ਮਿਲੀ। ਜੀ ਰੰਧਾਵਾ। ਜਦੋਂ ਪੰਜਾਬ ਸਰਕਾਰ ਦੀ ਮੁਸ਼ਕਲ ਦੀ ਗੱਲ ਕਰਦੇ ਹੋ ਤਾਂ ਜਿਹੜੇ ਪੁਲਿਸ ਪ੍ਰਮੁੱਖ ਨੇ ਸਿਧਾਰਥ ਚੱਟੋਪਾਧਿਆਏ, ਉਹਨਾਂ ਨੂੰ ਪੈਨਲ ਤੋਂ UPSC ਨੇ ਬਾਹਰ ਰੱਖਿਆ। ਇਹ ਪਹਿਲਾਂ ਵੀ ਸੰਭਾਵਿਤ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਪੈਨਲ ਭੇਜਿਆ ਗਿਆ ਜਿਹਦੀ ਕੰਸੋਹ ਆ, ਹਾਲਾਂਕਿ ਅਫੀਸ਼ੀਅਲ ਪੱਧਰ ਤੇ ਪੰਜਾਬ ਸਰਕਾਰ ਨੇ ਐਸੀ ਕੋਈ ਸਟੇਟਮੈਂਟ ਜਾਂ ਐਸੀ ਕੋਈ ਸੂਚਨਾ ਜਾਰੀ ਨਹੀਂ ਕੀਤੀ ਕਿ 3 ਨਾਂ ਨਵੇਂ, ਦਿਨਕਰ ਗੁਪਤਾ ਸਾਬਕਾ DGP ਔਰ ਵਰੇਸ਼ ਕੁਮਾਰ ਭਾਵਰਾ ਜੀ ਔਰ ਤੀਜੇ ਜਿਹੜੇ ਪ੍ਰਬੋਧ ਕੁਮਾਰ, ਇਹਨਾਂ ਤਿੰਨਾਂ ਦੇ ਨਾਂ ਆਉਣ ਦੀ ਸੂਚਨਾ ਹੈ, ਜਿਹਦਾ ਅਸੀਂ ਕੱਲ ਜ਼ਿਕਰ ਕੀਤਾ ਸੀਗਾ। ਹੁਣ ਸੁਣਿਆ ਕਿ ਇਹਦੇ ਵਿੱਚ ਹੋਰ ਵਿਕਲਪ ਵੀ ਹੁੰਦੇ ਆ। ਪੰਜਾਬ ਸਰਕਾਰ UPSC ਦੇ ਖਿਲਾਫ ਕਿਸੇ ਹੋਰ ਮੰਚ ਤੇ ਵੀ ਜਾ ਸਕਦੀ ਹੈ, ਖਾਸ ਤੌਰ ਤੇ ਸੁਪਰੀਮ ਕੋਰਟ 'ਚ। ਮੈਨੂੰ ਦੱਸਿਓ ਜ਼ਰਾ, ਇਹ ਸੰਭਵ ਹੈ ਜਾਂ ਇਹ ਵਾਪਰ ਰਿਹਾ? ਦੇਖੋ, UPSC ਦੀ ਬੈਠਕ ਹੋਈ ਆ, ਉਹਦੇ ਵਿੱਚ ਜਿਹੜਾ ਪੈਨਲ ਗਿਆ ਸੀ ਉਹ ਬਿਲਕੁਲ ਤੁਸੀਂ ਸਪਸ਼ਟ ਕਰ ਦਿੱਤਾ ਕਿ ਇਹਦੇ 'ਚ ਦਿਨਕਰ ਗੁਪਤਾ, ਪ੍ਰਬੋਧ ਕੁਮਾਰ ਤੇ ਵਰੇਸ਼ ਕੁਮਾਰ ਜਿਹੜੇ ਭਾਵਰਾ ਨੇ ਉਹ ਨੇ। ਇੱਥੇ ਇਹ ਗੱਲ ਵੀ ਮੈਂ ਸਪਸ਼ਟ ਕਰਦਾ ਕਿ ਦਿਨਕਰ ਗੁਪਤਾ ਤੇ ਪ੍ਰਬੋਧ ਕੁਮਾਰ ਨੇ ਆਲਰੇਡੀ ਸੈਂਟਰਲ ਡੈਪੂਟੇਸ਼ਨ, ਯਾਨੀ ਕਿ ਉਹ ਕੇਂਦਰ ਦੇ ਵਿੱਚ ਜਾਣ ਦੀ ਆਪਣੀ ਇੱਛਾ ਪ੍ਰਗਟ ਕੀਤੀ ਆ ਤੇ ਇਸ ਦੇ ਵਿੱਚ ਉਹਨਾਂ ਨੇ ਆਪਣੀ ਐਪਲੀਕੇਸ਼ਨ ਵੀ ਮੂਵ ਕਰ ਦਿੱਤੀ ਹੈ। ਲੈ ਦੇ ਕੇ ਲੱਗਦਾ ਇਹ ਆ ਕਿ ਜੇ ਸਿਧਾਰਥ ਚੱਟੋਪਾਧਿਆ ਇਸ ਪੈਨਲ ਦੇ ਵਿੱਚ ਨਹੀਂ ਹੁੰਦੇ ਜਾਂ ਇਸ ਗੱਲ ਨੂੰ ਨਹੀਂ ਮੰਨਿਆ ਜਾਂਦਾ ਤੇ ਹੋ ਸਕਦਾ ਜਿਹੜੀ ਸਹਿਮਤੀ ਆ ਉਹ ਕਿਤੇ ਨਾ ਕਿਤੇ ਜਾ ਕੇ VK ਭਾਵਰਾ, ਜਿਹੜੇ ਵਰਿਸ਼ ਕੁਮਾਰ ਭਾਵਰਾ ਜਿਹਨਾਂ ਨੂੰ ਆਪਾਂ ਕਹਿੰਦੇ, ਉਹਨਾਂ ਤੇ ਬਣ ਜਾਏ। ਲੇਕਿਨ ਇੱਕ ਹੋਰ ਇਹਦੇ ਵਿੱਚ ਪੇਚ ਇਹ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾ ਸਕਦੀ ਆ UPSC ਦੇ ਇਸ ਫੈਸਲੇ ਤੇ, ਕਿਉਂਕਿ ਪੰਜਾਬ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਤੁਸੀਂ ਜਿਹੜੀ ਆ 30 ਸਤੰਬਰ ਦੀ ਤਰੀਕ ਆ ਜਿਹੜੀ ਉਹ ਕੱਟ ਆਫ ਡੇਟ ਲਓ, ਜਦ ਕਿ UPSC ਇਸ ਗੱਲ ਤੇ ਵਾਜਦ ਆ ਕਿ ਅਸੀਂ ਤਾਂ 5 ਅਕਤੂਬਰ ਹੀ ਆ, ਕਿਉਂਕਿ 5 ਅਕਤੂਬਰ ਤੱਕ ਉਹ ਕਹਿੰਦੇ ਦਿਨਕਰ ਗੁਪਤਾ DGP ਸੀ, ਅਸੀਂ ਉਸ ਤੋਂ ਪਹਿਲਾਂ ਦੀ ਤਰੀਕ ਨਹੀਂ ਲੈ ਸਕਦੇ। ਜਿਹੜਾ ਮਾਮਲਾ ਪੇਚ ਇਸ ਗੱਲ ਤੇ ਫਸਿਆ, ਵੈਸੇ ਦੇਖਿਆ ਜਾਵੇ ਇੱਥੇ ਵੀ ਫੈਡਰਲ ਅਧਿਕਾਰਾਂ ਦੀ ਗੱਲ ਆਉਂਦੀ ਆ ਰੰਧਾਵਾ ਜੀ। ਇੱਕ ਸਟੇਟ ਚਾਹੁੰਦੀ ਹੈ ਕਿ ਸਾਨੂੰ ਫਲਾਣ DGP ਚਾਹੀਦਾ,
ਠੀਕ ਹੈ, ਅਸੀਂ ਉਹਦੀਆਂ ਸਾਰੀਆਂ ਕੰਡੀਸ਼ਨਸ ਪੂਰੀਆਂ ਕਰਦੇ ਹਾਂ। ਸਾਨੂੰ ਚੀਫ ਸੈਕਟਰੀ ਕੌਣ ਚਾਹੀਦਾ, ਸਾਨੂੰ ਡੀਜੀਪੀ ਕੌਣ ਚਾਹੀਦਾ, ਇਹ ਸਟੇਟ ਦਾ ਅਧਿਕਾਰ ਹੋਣਾ ਚਾਹੀਦਾ। ਇਹਨਾਂ ਗੱਲਾਂ ਨੂੰ ਲੈ ਕੇ ਹੀ ਪੰਜਾਬ ਸਰਕਾਰ ਜਿਹੜੀ ਆ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੀ ਆ। ਉੱਥੇ ਹੋ ਸਕਦਾ ਕਿ ਇਹਨਾਂ ਨੂੰ ਕੁਝ ਰਾਹਤ ਮਿਲੇ ਜਾਂ ਘੱਟੋ ਘੱਟ ਤਰੀਕਾ ਹੀ ਪੈ ਜਾਣ ਜਿਸ ਨਾਲ ਇਹ ਮਾਮਲਾ ਥੋੜਾ ਜਿਹਾ ਹੋਰ ਡਿਲੇ ਹੋ ਜੇ ਤੇ ਚਟੋਪਾਧਿਆਏ ਸਾਹਿਬ ਇਸ ਡੀਜੀਪੀ ਤੇ ਪਦ ਤੇ ਹੋਰ ਥੋੜੀ ਦੇਰ ਤੱਕ ਬਰਕਰਾਰ ਰਹਿਣ। ਜੀ ਰੰਧਾਵਾ। ਹਾਲਾਂਕਿ ਉਹਨਾਂ ਦੀ ਮਾਰਚ ਦੇ ਐਂਡ ਤੱਕ ਸ਼ਾਇਦ ਆਪਣੀ ਟੈਨਿਓਰ ਉਹਨਾਂ ਰਿਟਾਇਰ ਹੋ ਜਾਣਾ ਚਟੋਪਾਧਿਆਏ ਸਾਹਿਬ ਨੇ, ਲੇਕਿਨ ਇਹ ਵੀ ਦਿਲਚਸਪ ਰਹੂਗਾ ਕਿ ਸ਼ਾਇਦ ਸੁਪਰੀਮ ਕੋਰਟ ਨੇ ਹੀ ਇਹ ਫੈਸਲਾ ਕੀਤਾ ਸੀ ਦੇਰ ਪਹਿਲਾਂ ਕਿ ਯੂਪੀਐਸਸੀ ਦੇ ਥਰੂ ਹੀ ਡੀਜੀਪੀ ਲਾਏ ਜਾਣ ਜਾਂ ਸਟੇਟ ਦੇ ਚੀਫ ਜਿਹੜੇ ਪ੍ਰਸ਼ਾਸਨਿਕ ਨਜ਼ਰੀਏ ਤੋਂ। ਇਹ ਗੱਲਾਂ ਫਿਰ ਜਦੋਂ ਦੁਬਾਰਾ ਸੁਪਰੀਮ ਕੋਰਟ 'ਚ ਜਾਣਗੇ ਤੇ ਕਿਧਰੇ ਇਹ ਰਿਵਿਊ ਵੀ ਚੀਜ਼ਾਂ ਹੁੰਦੀਆਂ ਨੇ ਕਿ ਕੋਈ ਫੈਸਲੇ ਜਿਹੜੇ ਦਿੱਤੇ ਗਏ ਉਹਨਾਂ 'ਚ ਕੋਈ ਝੋਲ ਨਹੀਂ, ਕੋਈ ਕਮੀ ਤਾਂ ਨਾ ਰਹੀ ਹੈਗੀ। ਜੇ ਖੈਰ ਇੰਜ ਹੁੰਦਾ ਹੈ ਤਾਂ ਇਹ ਤਾਂ ਅੱਜ ਸ਼ਾਇਦ ਪੰਜਾਬ ਸਰਕਾਰ ਦਿਨ ਵੇਲੇ ਸਪਸ਼ਟ ਕਰ ਦੂਗੀ ਸ਼ਾਮ ਪੈਣ ਤੱਕ। ਜੇ ਨਵੀਂ ਜਾਣਕਾਰੀ ਹੋਈ ਤਾਂ ਜ਼ਰੂਰ ਸਾਂਝੀ ਕਰਾਂਗੇ। ਪਰ ਮੈਨੂੰ ਹੁਣ ਆਖਰ ਦੇ ਵਿੱਚ 2 ਸਵਾਲਾਂ ਦੇ ਜਵਾਬ ਦਿੰਦੇ ਜਾਇਓ। ਪਹਿਲੀ ਗੱਲ ਤੇ ਕੱਲ ਇੱਕ ਵੱਡੇ ਸਾਰੇ ਐਲਾਨ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਬੈਠੇ ਗੱਪਾਂ ਛੱਪਾਂ ਮਾਰਦੇ ਨਜ਼ਰ ਆਏ। ਸੁਣਿਆ ਦਿੱਲੀ ਦਾ ਕੋਈ ਘੇਰਾ ਸੀ, ਫਿਰ ਉਹ ਵੇਣੂਗੋਪਾਲ ਨੂੰ ਮਿਲਦੇ ਨੇ, ਕਹਿੰਦੇ ਨੇ ਉੱਥੇ ਉਹ ਬਹੁਤ ਸਾਰੀਆਂ ਨਾਰਾਜ਼ਗੀਆਂ ਜ਼ਾਹਰ ਕਰਕੇ ਆਏ ਆ ਕਿ ਸਿੱਧੂ ਨੂੰ ਰੋਕੋ, ਕੀ ਕਰੀ ਜਾਂਦੇ। ਇਹ ਅਖਬਾਰਾਂ ਦੀਆਂ ਖਬਰਾਂ ਨੇ, ਇਹਦੇ ਉੱਤੇ ਮੈਂ ਬਹੁਤਾ ਸਿਰ ਪੀੜ ਨਹੀਂ ਲਈ, ਕਿਸੇ ਨਾਲ ਗੱਲ ਜ਼ਿਆਦਾ ਨਹੀਂ ਕੀਤੀ। ਲੇਕਿਨ ਮੈਨੂੰ ਜ਼ਰੂਰ ਇਹ ਦੱਸਿਓ ਕਿ ਇਹ ਪਹਿਲੂ ਕੀ ਹੈ ਤੇ ਦੂਜਾ ਪਹਿਲੂ ਸਕਰੀਨਿੰਗ ਕਮੇਟੀ ਕਹਿੰਦੀ ਹੈ ਕਿ ਜਿਹੜੇ ਰਾਖਵੇਂ ਹਲਕੇ ਆ ਉਹਨਾਂ 'ਚ ਸੀਟਾਂ ਦੀ ਲੈ ਦੇ ਵੰਡ ਵੁੰਡ ਜਾਂ ਉਹਨਾਂ ਨੂੰ ਅੱਗੇ ਪਿੱਛੇ ਕਰਨਾ ਕਰ ਲੋ, ਬਾਕੀ 40 ਸੀਟਾਂ ਦੇ ਫਾਈਨਲ ਹੋ ਗਈਆਂ। ਮੈਨੂੰ ਦੱਸਿਓ ਜ਼ਰਾ ਇਹਨਾਂ ਦੋਵਾਂ ਖਬਰਾਂ ਦੇ ਉੱਤੇ ਤੁਹਾਡਾ ਅੰਦਰ ਦਾ ਤੱਥ ਕੀ ਆ। ਮੈਨੂੰ ਲੱਗਦਾ ਭਗਵੰਤ ਮਾਨ ਤੇ ਰਾਜੇਵਾਲ ਵਾਲੀ ਗੱਲ ਜਾਂਦੇ ਜਾਂਦੇ ਕਰ ਹੀ ਲਵਾਂਗੇ। ਜੀ ਦੇਖੋ, ਜੇ ਤੁਸੀਂ ਇਹ ਚਾਰਾਂ ਦੇ ਜਿਹੜੇ ਨਾਂ ਲਿੱਤੇ ਆ, ਸੁਖਜਿੰਦਰ ਸਿੰਘ ਰੰਧਾਵਾ ਤੇ ਭਾਰਤ ਭੂਸ਼ਣ ਆਸ਼ੂ, ਇਹ ਲਗਾਤਾਰ ਹਮਲਾਵਰ ਨੇ ਸਿੱਧੂ ਹੁਣਾਂ ਦੇ ਖਿਲਾਫ, ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਤੇ ਜੇ ਨਵਜੋਤ ਸਿੰਘ ਸਿੱਧੂ ਦੇ ਸਪੋਰਟਰ ਨੇ ਉਹ ਹੈਗੇ ਪ੍ਰਗਟ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ। ਇਹ 4 ਬੰਦੇ ਆ। ਤੁਸੀਂ ਇਸ ਨੂੰ ਇਸ ਨਜ਼ਰੀਏ ਨਾਲ ਦੇਖੋ। ਕੇਸੀ ਵੇਣੂਗੋਪਾਲ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਆ, ਉਹ ਇਸੇ ਕਰਕੇ ਚਾਰਾਂ ਨੂੰ ਬੁਲਾਉਂਦੇ ਆ ਕਿ ਇਹਨਾਂ ਦੇ ਵਿਰੋਧ ਵਿੱਚ ਵੀ ਤੇ ਉਹਨਾਂ ਦੇ ਹੱਕ ਦੇ ਵਿੱਚ ਵੀ ਦੋਨੇ ਤਰ੍ਹਾਂ ਦੇ ਜਿਹੜੇ ਫੈਸਲੇ ਆ ਜਾਂ ਦੋਨੇ ਤਰ੍ਹਾਂ ਦੇ ਵਿਚਾਰ ਆ ਉਹ ਜ਼ਰੂਰ ਸੁਣ ਲਈਏ। ਕਿਉਂਕਿ ਇਹ ਗੱਲ ਜ਼ਰੂਰ ਆ ਕਿ ਸਾਰੇ ਲੋਕ ਇਹ ਕਹਿ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੂੰ ਇੱਕੋ ਪੇਜ ਤੇ ਜਾਂ ਇੱਕੋ ਪਲੇਟਫਾਰਮ ਤੇ ਆ ਕੇ ਇੱਕ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ। ਆਪਸ ਦੇ ਵਿੱਚ ਮਤਭੇਦ ਨਜ਼ਰ ਨਹੀਂ ਆਉਣੇ ਚਾਹੀਦੇ ਜਿਸ ਨਾਲ ਪਾਰਟੀ ਦਾ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਅਕਸ ਆ ਉਹ ਖਰਾਬ ਹੁੰਦਾ। ਦੇਖੋ, ਇੱਕ ਗੱਲ ਮੈਂ ਜ਼ਰੂਰ ਕਹਿਣਾ ਕਿ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਆਪਣੇ 100 ਦਿਨ ਪੂਰੇ ਕੀਤੇ ਆ, ਲਗਾਤਾਰ ਉਹਨਾਂ ਦੇ ਗ੍ਰਾਫ ਦੇ ਵਿੱਚ ਜ਼ਰੂਰ ਵਾਧਾ ਹੋ ਰਿਹਾ ਔਰ ਬੜੇ ਆਰਾਮ ਦੇ ਨਾਲ ਇਸ ਕਰਕੇ ਹੋ ਗਿਆ ਕਿ ਉਹ ਆਪਣੇ ਆਪ ਨੂੰ ਬੜੇ ਸਹਿਜ ਢੰਗ ਦੇ ਨਾਲ ਉਹ ਕੈਰੀ ਕਰਦੇ ਆ। ਬਹੁਤ ਜ਼ਿਆਦਾ ਉਹ ਵੱਡੇ ਦਾਅਵੇ ਨਹੀਂ ਕਰਦੇ, ਜਾਂ ਜੇ ਉਹ ਕੋਈ ਕਿਸੇ ਤਰ੍ਹਾਂ ਦੇ ਐਲਾਨ ਕਰਦੇ ਆ ਤੇ ਨਾਲ ਉਹ ਨੋਟੀਫਿਕੇਸ਼ਨਾਂ ਵੀ ਅੱਜ ਕੱਲ੍ਹ ਰੈਲੀਆਂ 'ਚ ਲੈ ਕੇ ਜਾਣ ਲੱਗ ਪਏ ਆ। ਪਹਿਲਾਂ ਤਾਂ ਉਹ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਜੀ ਐਵੇਂ ਐਲਾਨ ਕਰ ਦਿੰਦੇ ਹੋ, ਕੋਈ ਨੋਟੀਫਾਈ ਤਾਂ ਕਰਦੇ ਨਹੀਂ। ਹੁਣ ਉਹ ਨਾਲ ਹੀ ਲੈ ਕੇ ਜਾਣ ਲੱਗ ਗਿਆ। ਇਸ ਨਾਲ ਉਹਨਾਂ ਦੀ ਸਹਿਜਤਾ ਨੂੰ, ਲੋਕਾਂ ਦੇ ਨਾਲ ਜੋ ਸੰਪਰਕ ਕਰਦੇ ਆ, ਲੋਕਾਂ ਦੇ ਨਾਲ ਜੋ ਕੰਟੈਕਟ ਕਰਦੇ ਆ ਜਿਸ ਤਰ੍ਹਾਂ ਦਾ, ਉਸ ਨਾਲ ਉਹਨਾਂ ਦੀ ਪੋਪੂਲੈਰਿਟੀ ਦੇ ਵਿੱਚ, ਉਹਨਾਂ ਦੀ ਮਕਬੂਲੀਅਤ ਦੇ ਵਿੱਚ ਜ਼ਰੂਰ ਇਜ਼ਾਫਾ ਹੋ ਰਿਹਾ। ਲੇਕਿਨ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦਾ ਇਸ ਗੱਲ ਕਰਕੇ ਕਿ ਉਹ ਆਪਣੇ ਪਾਰਟੀ ਨੂੰ ਘੇਰਦੇ ਆ, ਆਪਣੇ ਪਾਰਟੀ ਦੇ ਖਿਲਾਫ ਬੋਲਦੇ ਆ, ਇਸ ਗੱਲ ਦਾ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਵੀ ਪੈ ਰਿਹਾ। ਤੇ ਇਹ ਚੀਜ਼ ਜਿਹੜੀ ਆ ਆਲ ਇੰਡੀਆ ਕਾਂਗਰਸ ਕਮੇਟੀ ਸਮਝਦੀ ਆ ਤੇ ਜਿਹੜਾ ਉਹਨਾਂ ਦਾ ਸਭ ਤੋਂ ਉਚਲਾ ਜਿਹੜਾ ਉਹਨਾਂ ਦਾ ਹਾਈ ਕਮਾਂਡ, ਜਿਹਨੂੰ ਆਪਾਂ ਕਹਾਂਗੇ ਪ੍ਰਿਯੰਕਾ ਗਾਂਧੀ ਜਾਂ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ, ਉਹ ਵੀ ਸਮਝਦੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਆਪਸ ਦੇ ਵਿੱਚ ਇੱਕ ਸਾਰਤਾ ਲੈ ਕੇ ਆਉਣੀ, ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣਾ, ਇਸ ਦੀ ਇੱਕ ਕਵਾਇਦ ਸੀਗੀ। ਸੋ ਇਸ ਕਰਕੇ ਇਹ ਮੀਟਿੰਗ ਸੱਦੀ ਗਈ ਸੀ। ਦੋਨਾਂ ਨੇ ਆਪਸ ਦੇ ਵਿੱਚ ਕੀ ਕੀ ਜਵਾਬ ਦਿੱਤੇ ਤੇ ਕੀ ਉਹਨਾਂ ਦੇ ਹੱਕ ਵਿੱਚ ਆਇਆ, ਕੀ ਉਹਨਾਂ ਦੇ ਵਿਰੋਧ ਵਿੱਚ ਗਏ, ਇਹ ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਆਪਾਂ ਜ਼ਰੂਰ ਭੋਖ ਵੀ ਕਰਾਂਗੇ ਤੇ ਇਸ ਤੇ ਵਿਚਾਰ ਵਿਮਰਸ਼ ਵੀ ਕਰਾਂਗੇ। ਜੀ ਰੰਧਾਵਾ ਜੀ। ਸਕਰੀਨਿੰਗ ਕਮੇਟੀ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਤੇ ਜਾਖੜ ਸੀਗੇ, ਕਹਿੰਦੇ ਚੰਨੀ ਨਹੀਂ ਗਏ। ਚਲੋ ਛੱਡ ਦਿੰਨੇ ਆ, ਇਹਨਾਂ ਦੇ ਫੈਸਲੇ ਆ, ਬਹੁਤਾ ਪਾਰਟੀਆਂ ਕੀ ਡਿਸਕਸ ਕਰਨੀਆਂ। ਪਰ ਮੈਨੂੰ ਇਹ ਗੱਲ ਤਾਂ ਯਾਦ ਹੈ ਕਿ ਅਸੀਂ 15 ਕੁ ਦਿਨ ਪਹਿਲਾਂ ਇਹ ਗੱਲ ਇਸੇ ਮੰਚ ਤੋਂ ਕਹੀ ਸੀ, ਭਗਵੰਤ ਮਾਨ ਨੂੰ ਚਿਹਰਾ ਐਲਾਨ ਦਿੱਤਾ ਜਾਊਗਾ ਦੂਜੇ ਹਫ਼ਤੇ 'ਚ ਜਨਵਰੀ ਦੇ। ਫਿਰ ਉਸ ਤੋਂ ਬਾਅਦ 3 ਦਿਨ ਪਹਿਲਾਂ ਫਿਰ ਅਸੀਂ ਗੱਲ ਕੀਤੀ ਸੀ ਕਿ ਲਗਭਗ ਫਾਈਨਲੀ ਹੈ ਕਿ 8 ਤੋਂ ਪਹਿਲਾਂ ਇਹ ਐਸੀ ਅਨਾਉਂਸਮੈਂਟ ਆ ਜਾਊਗੀ। ਉਦੋਂ ਸਾਡੇ ਸਰੋਤ ਬੜੇ ਪੁਖਤਾ ਸੀ। ਲੇਕਿਨ ਜਿਹੜੀ ਕੱਲ ਸਾਰੇ ਦਿਨ ਕਾਵਾਂ ਰੌਲੀ ਪਈ, ਭਗਵੰਤ ਮਾਨ ਹੋਣਗੇ ਉਮੀਦਵਾਰ, ਹੁਣੇ ਐਲਾਨ ਹੋਏ, ਅੱਜ ਹੋਏ, ਕੱਲ ਹੋਏ, 24 ਘੰਟਿਆਂ 'ਚ, ਇਹਦੇ ਨਾਲ ਮੈਨੂੰ ਇੱਕ ਝੋਲ ਜਿਹਾ ਬੜਾ ਲੱਗਿਆ ਜੀ।
ਇਸੇ ਦੌਰ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਚੱਲਦੀ ਪਈ ਸੀ। ਰਾਜੇਵਾਲ ਨੇ ਆਪ ਕਈ ਜਗ੍ਹਾ ਤੇ ਕਿਹਾ ਸੀ ਕਿ ਸਾਡੀ ਗੱਲ ਚੱਲ ਰਹੀ ਆ ਤੇ ਸਾਨੂੰ ਕਿਹਾ ਗਿਆ ਕਿ ਲੋੜ ਪੈਣ ਤੇ ਟਿਕਟਾਂ ਵੀ ਬਦਲ ਲਾਂਗੇ। ਗੱਲ ਇਹ ਆ ਕਿ ਰਾਜੇਵਾਲ ਕਿਤੇ ਫਸੇ ਹੋਏ ਨੇ ਜਾਂ ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ, ਜਿੱਦਾਂ ਉਹਨਾਂ ਦਾ ਸੁਭਾਅ, ਕਿ ਉਹ ਰਾਜੇਵਾਲ ਨੂੰ ਇਹ ਲੀਕ ਮਾਰ ਕੇ ਦੱਸਣਾ ਚਾਹੁੰਦੇ ਹੋਣ ਵੀ ਆਉਣਾ ਤੇ ਆ ਜਾ, ਨਹੀਂ ਤੇ ਭਾਈ ਅਸੀਂ ਮੁੱਖ ਮੰਤਰੀ ਦਾ ਚਿਹਰਾ ਦੇਣਾ ਹੀ ਬਣਾ ਭਗਵੰਤ ਸਿੰਘ ਮਾਨ ਨੂੰ, ਫੇਰ ਨਾ ਕਹੀਂ। ਇਹ ਕਿਤੇ ਡਰਾਉਣ ਦੇ ਟੈਕਟਿਕਸ ਵੀ ਨੇ। ਇਹ ਦੋਨੇ ਪਾਸੇ ਹੀ ਕਿਤੇ ਇੱਕ ਗੇਮ ਜੀ ਤਾਂ ਨਹੀਂ। ਇਹਦੇ ਤੇ ਵੀ ਟਿੱਪਣੀ ਦੇ ਜਿਓ, ਕਿਉਂਕਿ ਕੱਲ ਦਾ ਰੌਲਾ ਇਹ ਪਈ ਜਾਂਦਾ ਕਿ ਭਗਵੰਤ ਸਿੰਘ ਮਾਨ ਨੇ ਚਿਹਰਾ ਮੋਹਰਾ ਬਦਲਣਾ ਸ਼ੁਰੂ ਕਰਤਾ, ਦੰਦ ਦੁੰਦ ਤਿੱਖੇ ਕਰਨੇ ਸ਼ੁਰੂ ਕਰਤੇ, ਉਂਝ ਉਹਨਾਂ ਦੀਆਂ ਸਪੀਚਾਂ 'ਚ ਹੁਣ ਦਮ ਲੱਗਣ ਲੱਗਿਆ ਜੀ। ਦੇਖੋ ਜੀ, ਇਹ ਗੱਲ ਬਿਲਕੁਲ ਤੁਹਾਡੀ ਠੀਕ ਆ, ਔਰ ਇਹਦੇ ਵਿੱਚ ਹੋ ਸਕਦਾ ਇਸ ਤਰ੍ਹਾਂ ਦੀ ਉਹਨਾਂ ਦੀ ਸਟ੍ਰੈਟਜੀ ਹੋਵੇ, ਉਹਨਾਂ ਦੀ ਰਣਨੀਤੀ ਹੋਵੇ, ਕਿਉਂਕਿ ਇਹ ਰਣਨੀਤੀਆਂ ਇਸ ਤਰ੍ਹਾਂ ਦੀਆਂ ਅਕਸਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਉਹ ਕਰਦੀਆਂ ਰਹਿੰਦੀਆਂ। ਲੇਕਿਨ ਮੈਂ ਇੱਕ ਖਬਰ ਵੀ ਸੁਣ ਰਿਹਾ ਸੀ, ਇੱਕ ਨੈਸ਼ਨਲ ਟੀਵੀ ਆ ਔਰ ਨਿੱਜੀ ਟੀਵੀ ਆ, ਅਕਸਰ ਉਹਦੀ ਭਰੋਸੇਯੋਗਤਾ ਵੀ ਕਾਫੀ ਮੰਨੀ ਜਾਂਦੀ ਹੈ। ਮੈਂ NDTV ਦੀ ਗੱਲ ਕਰ ਰਿਹਾ। ਉਹ ਕਹਿ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਕਰੋਨਾ ਹੋ ਗਿਆ, ਕਰੋਨਾ ਦੇ ਨਾਲ ਪੀੜਿਤ ਹੋ ਗਏ ਆ, ਨਹੀਂ ਤਾਂ ਉਹਨਾਂ ਨੇ ਹੁਣ ਤੱਕ ਭਗਵੰਤ ਮਾਨ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਵਜੋਂ ਐਲਾਨ ਕਰ ਦੇਣਾ ਸੀ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪਟਿਆਲਾ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਇੱਕ ਰੋਡ ਸ਼ੋਅ ਕੀਤਾ ਸੀ। ਉਸ ਤੋਂ ਬਾਅਦ ਉਹ ਇਸ ਜਿਹੜਾ COVID-19 ਦਾ ਸ਼ਿਕਾਰ ਹੋਈ। ਲੇਕਿਨ ਜਿਹੜੀ NDTV ਵਾਲਿਆਂ ਨੂੰ ਹੀ ਪੁੱਛ ਲੈਂਦੇ ਆਪਾਂ, ਕੇਜਰੀਵਾਲ ਸਾਹਿਬ ਨੇ ਕਿਹੜਾ ਮੇਰੇ ਵਾਂਗ ਪੱਗ ਦੇ ਪੇਚ ਪਾਉਣੇ ਸੀ, ਫੋਨ ਦਾ ਕੈਮਰਾ ਔਨ ਕਰ ਦਿੰਦੇ ਤੇ ਅਨਾਉਂਸਮੈਂਟ ਕਰ ਦਿੰਦੇ। ਅੱਜ ਕੱਲ ਤਾਂ ਕੋਈ ਘਰੇ ਸੱਦਣਾ ਵੀ ਨਹੀਂ ਪੈਂਦਾ, ਆਪਣੇ ਫੋਨ ਤੋਂ ਹੀ ਹੋ ਜਾਂਦਾ। ਤੇ ਕੇਜਰੀਵਾਲ ਸਾਹਿਬ ਨੂੰ ਸੋਸ਼ਲ ਮੀਡੀਆ ਵਰਤਣਾ ਤੇ ਆਉਂਦਾ ਹੀ ਆ, ਉਹਨਾਂ ਹੀ ਸਿਖਾਇਆ ਸਾਰੀ ਦੇਸ਼ ਦੀ ਰਾਜਨੀਤੀ ਨੂੰ। ਕੀ ਕਹਿੰਦੇ ਹੋ? ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਸੋ ਕਈ ਵਾਰੀ ਕੁਝ ਗੱਲਾਂ ਜਾਂ ਕੁਝ ਪ੍ਰਸ਼ਨ ਜਾਂ ਕੁਝ ਸਵਾਲ ਜਾਣ ਬੁੱਝ ਕੇ ਅਧੂਰੇ ਛੱਡ ਦਿੱਤੇ ਜਾਂਦੇ ਆ, ਤਾਂ ਕਿ ਹੁਣ ਲੋਕ ਦੇਖਣ ਤੇ ਕੀ ਉਹਦਾ ਰਿਐਕਸ਼ਨ ਹੁੰਦਾ, ਫਿਰ ਉਸ ਤੋਂ ਬਾਅਦ ਫੈਸਲੇ ਲਏ ਜਾਂਦੇ ਆ। ਉਹ ਤੁਹਾਡੀ ਗੱਲ ਜਿਹੜੀ ਤੁਸੀਂ ਪਹਿਲਾਂ ਕਹੀ ਹੈ ਕਿ ਇਹਦੇ ਵਿੱਚ ਰਣਨੀਤੀ ਵੀ ਹੋ ਸਕਦੀ ਹੈ, ਜ਼ਰੂਰ ਹੋ ਸਕਦੀ ਹੈ, ਕਿਉਂਕਿ ਹਜੇ ਵੀ ਬਲਬੀਰ ਸਿੰਘ ਰਾਜੇਵਾਲ ਹੋਣਾ ਦੀ ਆਮ ਆਦਮੀ ਪਾਰਟੀ ਨਾਲ ਗੱਲ ਕਿਤੇ ਸਿਰੇ ਲੱਗੀ ਨਹੀਂ ਆ। ਆਪਸ ਦੇ ਵਿੱਚ ਉਸੇ ਤਰ੍ਹਾਂ ਦੇ ਭੰਬਲ ਭੂਸੇ ਬਰਕਰਾਰ ਨੇ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੁੰਦੇ ਆ, ਨਹੀਂ ਹੁੰਦੇ। ਭਗਵੰਤ ਮਾਨ ਹੋਣਾ ਨੂੰ ਵੀ ਤਾਂ ਹੁਣ ਤੁਸੀਂ ਕਿਹਾ ਹੀ ਆ ਕਿ ਪਿਛਲੇ ਦਿਨਾਂ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਸਪੀਚਸ ਦੇ ਵਿੱਚ, ਉਹਨਾਂ ਦੇ ਭਾਸ਼ਣਾਂ ਦੇ ਵਿੱਚ ਇੱਕ ਜਿਹੜਾ ਉਹ ਜ਼ਿਆਦਾ ਜੋਸ਼ ਨਜ਼ਰ ਆ ਰਿਹਾ, ਉਹ ਖੁੱਲ ਕੇ ਬੋਲ ਰਹੇ ਆ। ਉਹਨਾਂ ਦੇ ਹਾਵ ਭਾਵ ਦੇ ਵਿੱਚ, ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਡਿਫਰੈਂਟ ਬਾਡੀ ਲੈਂਗੁਏਜ ਸਾਨੂੰ ਦੇਖਣ ਨੂੰ ਮਿਲਦੀ ਆ। ਸੋ ਹੋ ਸਕਦਾ, ਲੇਕਿਨ ਜੇ ਕਿਸੇ ਨੂੰ ਵੀ ਬਣਾਉਣਗੇ, ਇਹਦੇ ਨਾਲ ਆਮ ਆਦਮੀ ਪਾਰਟੀ ਦਾ ਬੈਲੈਂਸ ਜ਼ਰੂਰ ਵਿਗੜੂਗਾ। ਇਸ ਗੱਲ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਚਾਹੇ ਬਲਬੀਰ ਸਿੰਘ ਰਾਜੇਵਾਲ ਆਉਣ ਤੇ ਚਾਹੇ ਭਗਵੰਤ ਮਾਨ ਆਉਣ, ਇਹਦੇ ਨਾਲ ਬੈਲੈਂਸ ਵਿਗੜਨਾ ਹੀ ਵਿਗੜਨਾ, ਇਸ ਗੱਲ ਤੁਹਾਨੂੰ ਪਤਾ ਹੀ ਆ। ਲੇਕਿਨ ਖੈਰ, ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸੱਤਾ ਕਿਸ ਪਾਸੇ ਨੂੰ ਜਾਂਦੀ ਆ, ਜਾਂ ਜਿਹੜੀ ਸਿਆਸਤ ਆ ਸਾਡੀ ਉਹ ਕਿਹੜੇ ਪਾਸੇ ਜਾਂਦੀ ਆ। ਜੀ ਰੰਧਾਵਾ ਜੀ। ਤਿੰਨੇ ਸੈਂਟਰਲ ਪਾਰਟੀਆਂ ਤੇ ਉਹਨਾਂ ਦੀ ਲੀਡਰਸ਼ਿਪ ਇਹ ਸਮਝਦੀ ਆ, ਦੇਖੋ BJP ਇਹ ਸਮਝਦੀ ਆ ਕਿ ਬਹੁਤ ਕੋਣੀ ਮੁਕਾਬਲੇ ਹੋਣ ਤੇ ਸਾਡਾ ਸਰਦਾ ਹੈ। ਕਾਂਗਰਸ ਵੀ ਸਮਝਦੀ ਆ ਕਿ ਜਿੰਨੇ ਵੱਧ ਮੁਕਾਬਲੇ ਉਨੀ ਜਿਹੜੀ ਸਾਡੇ ਖਿਲਾਫ ਪੈਣ ਵਾਲੀ ਵੋਟ ਵੰਡ ਵੁੰਡ ਕੇ ਪੈ ਜੇ। ਲੇਕਿਨ ਕੇਜਰੀਵਾਲ ਨੂੰ ਇਹ ਅੰਦਾਜ਼ਾ ਹੈ ਕਿ ਜੇ ਸੰਯੁਕਤ ਸਮਾਜ ਮੋਰਚਾ ਤੇ ਰਾਜੇਵਾਲ ਚਿਹਰੇ ਨਾਲ ਲੜੇ ਤਾਂ ਫਿਰ ਸਾਡੀ ਜਿਹੜੀ ਵੋਟ ਹੈ ਖਾਣਗੇ ਤੇ ਸਾਨੂੰ ਸਭ ਤੋਂ ਵੱਡਾ ਨੁਕਸਾਨ ਕਰਨਗੇ। ਅਕਾਲੀ ਦਲ ਨੂੰ ਵੀ ਇਹੀ ਝੋਰਾ ਹੈ ਕਿ ਪੰਥਕ ਤੇ ਕਿਸਾਨੀ ਵੋਟ ਕਿਤੇ ਇੱਧਰ ਟਿਲਟ ਨਾ ਹੋਵੇ। ਸੋ ਲੜਾਈ ਤਾਂ ਬਹੁਤ ਫਸਵੀਂ ਆ ਤੇ ਕੇਜਰੀਵਾਲ ਕਿਸੇ ਵੀ ਕੀਮਤ ਤੇ ਚਾਹੁੰਦੇ ਨੇ ਕਿ ਉਹ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਆਗੂਆਂ ਦੇ ਨਾਲ ਖਲੋ ਕੇ ਕਹਿਣ ਕਿ ਦੇਖੋ ਅੰਦੋਲਨਕਾਰੀ ਸਾਡੇ ਨਾਲ ਆ, ਮੈਂ ਵੀ ਅੰਦੋਲਨ ਚੋਂ ਨਿਕਲਿਆ, ਇਹ ਵੀ ਅੰਦੋਲਨ ਚੋਂ ਆਏ ਆ, ਇਹ ਤਬਦੀਲੀ ਦਾ ਰਾਹ ਆ, ਪੰਜਾਬ ਦੇ ਲੋਕ ਤਬਦੀਲੀ ਲਈ ਸਾਡੇ ਨਾਲ ਖਲੋਣ। ਇਸ ਤੋਂ ਵਧੀਆ ਨਾਰਾ ਦੂਜਾ ਹੋ ਨਹੀਂ ਸਕਦਾ ਤੇ ਕੇਜਰੀਵਾਲ ਤੋਂ ਵੱਧ ਸਿਆਣਾ ਕੋਈ ਨਹੀਂ। ਇਸ ਕਰਕੇ ਮੈਨੂੰ ਅਜੇ ਵੀ ਕਈ ਚੀਜ਼ਾਂ ਦੇ ਵਿੱਚ ਕਈ ਹੋਰ ਚੀਜ਼ਾਂ ਦੱਸਦੀਆਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।